न्यूज़ ओनली वेख रहे सारे ही दर्शकों को प्यार भरी सत श्री अकाल। मैं सतविंदर रंधावा पंजाब अपडेट दे विच तुहाडा स्वागत है। सब तो पहला रुख करते हैं अज दीआं सुर्खियां वाल। सिविल हस्पताल पहुंचे गुरजीत सिंह औजला, एंबूलेंस की वरतों ना करन ते भड़के डॉक्टरां दे। लुधियाना च नहीं आया कोई नवा कोरोना केस, डीसी ने कहा खन्ना मंडी च 15 किसानां नूं होया कर्फ्यू पास जारी। कोरोना वायरस के चलते 41 पाकिस्तानी परते वतन, लॉकडाउन की वजह तो भारत च फसे सन पाकिस्तानी। फिरोजपुर की अनाज मंडियां च छाया सन्नाटा, कर्फ्यू पास ना होने कारण किसान ते आड़ती हो रहे हैं परेशान। ते हुण खबरां विस्तार नाल। ਅੰਮ੍ਰਿਤਸਰ ਤੋਂ सांसद सरदार गुरजीत सिंह औजला ਵੱਲੋਂ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਮੀਟਿੰਗ ਕੀਤੀ ਗਈ ਅਤੇ ਜਿਸ ਚੀਜ਼ ਦੀ ਕਮੀ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੱਤਰਕਾਰਾਂ ਵੱਲੋਂ ਮਾਸਕਾਂ ਅਤੇ ਬਾਅਦ ਜਦੋਂ ਗੁਰਜੀਤ ਸਿੰਘ ਔਜਲਾ ਵੱਲੋਂ ਪਿਛਲੇ ਸਾਲ ਦਿੱਤੀ ਗਈ ਐਂਬੂਲੈਂਸ ਦੀ ਵਰਤੋਂ ਨਾ ਹੋਣ ਦਾ ਸਵਾਲ ਪੁੱਛਿਆ ਗਿਆ ਤਾਂ ਮਾਮਲਾ ਪੂਰਾ ਵਿਗੜ ਗਿਆ। सरदार गुरजीत सिंह औजला वालों डॉक्टरों की जम के पहला तो क्लास लगाई गई, उत्थे नाल ही गुरजीत सिंह औजला ने कहा कि डॉक्टरों की मिसमैनेजमेंट करके इस एंबूलेंस की वरतों नहीं की जा रही है। उन्होंने कहा है कि जिहड़ी खबर मास्क नूं लैके लगी सी वो भी इन्हां दी मिसमैनेजमेंट करके ही लगी है। हुण उन्होंने कहा है कि वो खुद ड्राइवर का इंतजाम करनगे अते एंबूलेंस की वरतों भी की जाएगी। हॉस्पिटल इत्थे आए, इन्हां दी दिक्कतां सी जिवें N95 मास्क। मैं पूछा, मैं भी तुसीं खबर क्यों लाई N95 मास्क नहीं है। सिविल सर्जन नूं पुछया तुहाडे कोल हैगे, वो कहंदा जी 3000 रुपया। मैं कहा आंदा जी इन्हां मंगिया नहीं, वो आंदे जी असीं लिख के भेजा, वो कहंदा मेरे कोल पहुंचिया नहीं। हुण इह की मतलब दसना चाहुंदे। हुण एक खबर ला देनी समान दे हुंदियां होया भी ਇਹ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਤੇ ਬਗੈਰ ਪੁੱਛੇ 15 ਲੱਖ ਰੁਪਏ ਇਹਨਾਂ ਨੂੰ ਟ੍ਰਾਂਸਫਰ ਕੀਤਾ ਕਿ ਤੁਸੀਂ ਹੋਰ ਲੈ ਲਓ ਜੋ ਚਾਹੀਦਾ। ਪਰ ਆਹ ਗੱਲਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਜਾ ਕੇ ਐਵੇਂ ਮਤਲਬ ਨਜਾਇਜ਼ ਤੌਰ ਤੇ ਹੀ ਇੱਕ ਸ਼ੰਕਾ ਪੈਦਾ ਕਰਦੇ ਪਬਲਿਕ ਦੇ ਮਨ ਦੇ ਉੱਤੇ। ਸੋ ਇਹ ਸਾਰੀ ਤਿਆਰੀ ਵਾਸਤੇ ਅਸੀਂ ਇੱਥੇ ਆਏ ਹਾਂ। ਫਿਕਰ ਕਰਨ ਦੀ ਲੋੜ ਨਹੀਂ, ਪੈਨੀ ਹਰ ਸਮੇਂ ਇਹਨਾਂ ਦੇ ਨਿਗਾਹ ਰੱਖ ਕੇ ਰੱਖਾਂਗੇ। ਸੋ ਜਿਹੜੀ ਐਂਬੂਲੈਂਸ ਦੀ ਗੱਲ ਕੁਦਰਤੀ ਉੱਥੇ ਪ੍ਰੈਸ ਨੇ ਜਦੋਂ ਸਵਾਲ ਕੀਤਾ, ਮੈਂ ਇਸ ਗੱਲ ਦੀ ਪ੍ਰੈਸ ਦੀ ਵੀ ਸ਼ਾਬਾਸ਼ ਦਿੰਦਾ। ਦੇਖੋ ਜਿੰਨਾ ਤੁਸੀਂ ਨੁਕਸ ਨਹੀਂ ਕੱਢੋਗੇ ਗੱਲ ਬਣਦੀ ਨਹੀਂ। ਮੈਂ ਇਹ ਬਿਲਕੁਲ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ। ਸੋ ਉਹਨਾਂ ਨੇ ਕਿਹਾ ਕਿ ਤੁਹਾਡੀ ਐਂਬੂਲੈਂਸ ਅਜੇ ਤੱਕ ਖੜੀ ਹੈ, ਜਦ ਕਿ ਮੇਰੇ ਦੇ ਦਿਮਾਗ 'ਚ ਨਹੀਂ ਹੁੰਦਾ, ਕਿਉਂਕਿ ਜਦੋਂ ਐਂਬੂਲੈਂਸ ਦਿੰਦੇ ਆ ਪਹਿਲਾਂ ਲਿਖ ਕੇ ਸਾਨੂੰ ਦਿੰਦੇ ਆ ਕਿ ਅਸੀਂ ਸਾਡਾ ਡਰਾਈਵਰ ਦਾ ਖਰਚਾ ਸਾਰਾ ਕੁਝ ਅਸੀਂ ਕਰਾਂਗੇ, ਸਾਨੂੰ ਦੇ ਦਿਓ। ਸੋ ਅਸੀਂ ਤਾਂ ਪਹਿਲਾਂ ਲਿਆ ਹੁੰਦਾ, ਉਸ ਤੋਂ ਬਾਅਦ ਇੱਕ ਵਾਰੀ ਫਿਰ ਇਹਨਾਂ ਕੋਲ ਜਦੋਂ ਇਨਕੁਆਇਰੀ ਆਉਂਦੀ, ਆਡਿਟ ਹੁੰਦਾ, ਫਿਰ ਇੱਕ ਵਾਰੀ ਲਿਖ ਕੇ ਲਿਆ ਜਾਂਦਾ। ਸੋ ਹੁਣ ਪਤਾ ਲੱਗਾ ਕਿ ਇਹਨਾਂ ਕੋਲ ਡਰਾਈਵਰ ਹੀ ਹੈ ਨਹੀਂ, ਐਂਬੂਲੈਂਸ ਖੜੀ ਹੈ। ਫਿਰ ਮੈਂ ਹੁਣ ਇਹਨਾਂ ਨੂੰ ਕਿਹਾ, ਸੋ ਇੱਥੇ ਵੀ ਆ ਕੇ ਇਹਨਾਂ ਦੀ ਮਿਸਮੈਨੇਜਮੈਂਟ, ਇੱਕ ਦੂਜੇ ਪ੍ਰਤੀ ਇਹਨਾਂ ਦਾ ਜਵਾਬ ਦੇ, ਇਹਨਾਂ ਦਾ ਸਹੀ ਮਤਲਬ ਆਨਸਰ ਨਹੀਂ ਹੈਗਾ। ਕੋਈ ਕਹਿੰਦਾ ਮੈਂ ਲਿਖ ਕੇ ਦਿੱਤਾ, ਕੋਈ ਕਹਿੰਦਾ ਮੈਨੂੰ ਪਹੁੰਚਿਆ ਨਹੀਂ, ਕੋਈ ਕਹਿੰਦਾ ਮੈਂ ਦੇਖਿਆ ਨਹੀਂ। ਇਹ ਗੱਲਾਂ ਗਲਤ ਨੇ। ਸੋ ਹੁਣ ਮੈਂ ਕਿਹਾ ਕਿ ਹੁਣ ਜਿਹੜੀ ਗੱਲ ਹੋ ਗਈ ਇੱਥੇ ਛੱਡ ਦਿਓ, ਅੱਜ ਤੋਂ ਹੀ ਆਪਾਂ ਠੀਕ ਹੋ ਜਾਈਏ, ਕਿਉਂਕਿ ਅੱਜ ਸਾਡੀ ਲੜਾਈ ਕਰੋਨਾ ਵਾਇਰਸ ਨਾਲ ਹੈ। ਸਾਡੀ ਤੁਹਾਡੀ ਆਪਸੀ ਜੋ ਮਰਜ਼ੀ ਬਾਅਦ 'ਚ ਆਪਾਂ ਕਰਦੇ ਰਹਾਂਗੇ, ਪਰ ਹੁਣ ਫਿਲਹਾਲ ਆਪਾਂ ਕਰੋਨਾ ਵਾਇਰਸ ਦੀ ਲੜਾਈ ਦੇ ਵਿੱਚ ਤਗੜੇ ਹੋ ਕੇ ਲੜੋ, ਕਿਉਂਕਿ ਸਾਡੀ ਤੁਸੀਂ ਫੋਰਸ ਜੇ ਤੁਸੀਂ ਕੰਮ ਕਰਨਾ ਹੈ, ਤੁਹਾਡੇ ਸਿਰ ਤੇ ਸਾਰਾ ਸਿਸਟਮ ਹੈ। ਔਰ ਸਿਵਲ ਹਸਪੀਟਲ ਜਿਹੜਾ ਹੈ ਐਮਰਜੈਂਸੀ ਸੇਵਾਵਾਂ ਵਾਸਤੇ ਇਹਨੂੰ ਤਾਂ ਰੈਡੀ ਹਰ ਵੇਲੇ ਰਹਿਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਦੇਵ ਹਸਪੀਟਲ ਕੋਵਿਡ-19 ਕਰਕੇ ਕਈ ਵਾਰ ਪੇਸ਼ੈਂਟ ਉੱਥੇ ਨਹੀਂ ਪਹੁੰਚਦਾ, ਉਹਦੇ ਮਨ ਤੇ ਕਈ ਸਵਾਲ ਹੁੰਦੇ, ਉਹ ਜ਼ਿਆਦਾਤਰ ਇੱਥੇ ਆਉਂਦੇ। ਸੋ ਇਹਨਾਂ ਵਾਸਤੇ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਆਪਣੀ ਤਿਆਰੀ ਰੱਖੋ। ਕੋਈ ਹੋਰ ਡਾਕਟਰ ਚਾਹੀਦੇ ਆ, IMA ਰੈਡੀ ਹੈ ਡਾਕਟਰ ਦੇਣ ਵਾਸਤੇ, ਜੀ ਗੁਰੂ ਨਾਨਕ ਦੇਵ ਹਸਪੀਟਲ ਤੋਂ ਡਾਕਟਰ ਲਏ ਜਾ ਸਕਦੇ ਆ। ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪਬਲਿਕ ਨੂੰ ਨਾ ਆਵੇ। ਸੋ ਇਸ ਕਰਕੇ ਅੱਜ ਮੀਟਿੰਗ ਇੱਥੇ ਲਈ ਸੀ। ਚਲੋ ਖੈਰ ਕੋਈ ਨਹੀਂ, ਪਰ ਫਿਰ ਵੀ ਮੈਂ ਕਹੂੰਗਾ ਕਿ ਸੋਹਣਾ ਕੰਮ ਕਰ ਰਹੇ ਨੇ, ਫੀਲਡ ਦੇ ਉੱਤੇ ਸੋਹਣਾ ਕੰਮ ਕਰ ਰਹੇ। ਇਹ ਕਿਤੇ ਨਾ ਕਿਤੇ ਨੁਕਸ ਹੈ, ਪਰ ਇਹਨਾਂ ਨੇ ਵਾਅਦਾ ਕੀਤਾ ਕਿ ਇੱਕ ਦਿਨ ਤੱਕ ਅਸੀਂ ਇਹਨੂੰ ਖਤਮ ਕਰਕੇ ਡਰਾਈਵਰ ਰੱਖ ਕੇ ਤੋਰ ਦੇਵਾਂਗੇ। ਹੁਣ ਤੁਹਾਡੇ ਇਹੀ ਹੈ ਕਿ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ। ਮੈਂ ਸਿੱਧੀ ਗੱਲ ਦੱਸਾਂ, ਦਾ ਆਫਿਸ ਦਾ ਉਹ ਆਊਟਸੋਰਸ ਕਰ ਸਕਦੇ ਨਾ, ਲਿਖ ਕੇ ਦਿੱਤਾ ਹੈ, ਕੋਈ ਦਿੱਕਤ ਨਹੀਂ ਗੀ। ਤੇ ਮਾਸਕ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ, ਹਾਂ N95 ਮਾਸਕ, ਉਹ ਵੀ ਇਹੀ ਗੱਲ ਸੀ ਨਾ ਕਿ N95 ਆ ਮਾਸਕ ਪਿਆ ਆ ਸਿਵਲ ਸਰਜਨ ਸਾਹਿਬ ਕੋਲ ਹੈਗਾ, ਇਹਨਾਂ ਕੋਲ ਨਹੀਂ ਹੈਗਾ। ਇਹਨਾਂ ਨਿਊਜ਼ ਵੀ ਲਵਾਤੀ, ਸਾਨੂੰ ਮਿਲਿਆ ਨਹੀਂ। ਉਹ ਕਹਿੰਦੇ ਸਾਨੂੰ ਡਿਮਾਂਡ ਹੀ ਨਹੀਂ ਆਈ, ਇਹ ਕਹਿੰਦੇ ਡਿਮਾਂਡ ਭੇਜੀ। ਫਰਕ ਮਤਲਬ ਗੈਪ ਕਿੱਥੇ ਆ, ਸਮਝ ਨਹੀਂ ਆ ਰਹੀ। 3000 ਮਾਸਕ ਉਹਨਾਂ ਕੋਲ ਪਿਆ ਵਾ, ਇਹ ਨਿਊਜ਼ ਲੱਗੀ ਕਿਉਂ? ਸੋ ਉਹ ਨਿਊਜ਼ ਲੈ ਕੇ ਹੀ ਮੈਂ ਇਹਨਾਂ ਨੂੰ ਵੀ ਉਹ ਨਿਊਜ਼ ਦਾ, ਕਿਉਂਕਿ ਤੁਹਾਨੂੰ ਨਿਊਜ਼ ਦਾ ਨੋਟਿਸ ਅਸੀਂ ਬਹੁਤ ਲੈਂਦੇ ਇਸ ਗੱਲ 'ਤੇ ਕਿ ਨਿਊਜ਼ ਲੱਗੇ ਕਿਉਂ। ਪਰ ਮੈਂ ਇਹ ਵੀ ਜ਼ਰੂਰ ਕਹੂੰਗਾ ਕਿ ਮੀਡੀਆ ਨੂੰ ਇਹ ਗੱਲ ਸਮੇਂ ਤੋਂ ਸਮੇਂ ਸਾਡੇ ਅੱਗੇ ਰੱਖੋ। ਅਸੀਂ ਹਰ ਤਰੀਕੇ ਦੇ ਨਾਲ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਹੁਣ ਤੱਕ 844 ਸੈਂਪਲ ਲਏ ਜਾ ਚੁੱਕੇ ਨੇ, ਜਿਨ੍ਹਾਂ ਚੋਂ 659 ਦੀ ਰਿਪੋਰਟ ਆ ਚੁੱਕੀ ਹੈ ਅਤੇ ਇਹਨਾਂ ਚੋਂ 666 ਮਾਮਲੇ ਨੈਗੇਟਿਵ ਪਾਏ ਗਏ ਨੇ। ਉਹਨਾਂ ਕਿਹਾ ਹੈ ਕਿ ਲੁਧਿਆਣਾ 'ਚ 13 ਕੋਰੋਨਾ ਵਾਇਰਸ ਦੇ ਮਰੀਜ਼ ਪੋਜ਼ਿਟਿਵ ਨੇ, ਜਿਨ੍ਹਾਂ ਚੋਂ 2 ਬਾਹਰਲੇ ਜ਼ਿਲ੍ਹਿਆਂ ਦੇ ਨੇ ਅਤੇ ਉਹਨਾਂ ਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ, ਜਦੋਂ ਕਿ ਇੱਕ ਕੋਰੋਨਾ ਦਾ ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਲਏ ਗਏ ਸੈਂਪਲਾਂ ਚੋਂ 146 ਦੀ ਰਿਪੋਰਟ ਆਉਣੀ ਬਾਕੀ ਹੈ।
डिप्टी कमिश्नर प्रदीप अग्रवाल ने जानकारी साझी करते दस्सिया कि पीजीआई विच लुधियाना नाल संबंधित जिन्हां 3 मरीज़ां दे सैंपल लए गए सन ਉਹ ਵੀ ਨੈਗੇਟਿਵ ਪਾਏ ਗਏ ਨੇ। ਉਹਨਾਂ ਦੱਸਿਆ ਕਿ 20 ਅਪ੍ਰੈਲ ਤੋਂ ਬਾਅਦ ਹੀ ਹਾਲਾਤਾਂ ਦੇ ਮੱਦੇਨਜ਼ਰ ਕਰਫਿਊ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਡੀਸੀ ਨੇ ਕਿਹਾ ਕਿ ਕਣਕ ਦੀ ਖਰੀਦ ਦਾ ਪਹਿਲਾ ਦਿਨ ਸੀ ਅਤੇ ਖੰਨਾ ਦੀ ਦਾਣਾ ਮੰਡੀ ਵਿੱਚ 15 ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਨੇ। ਉਹਨਾਂ ਕਿਹਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਮਿਤੀ 15 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਅਸੀਂ 844 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ 698 ਸੈਂਪਲਸ ਦੀ ਰਿਪੋਰਟ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਇਹ 698 ਵਿੱਚੋਂ 668 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ, 13 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਵਿੱਚੋਂ 2 ਸੈਂਪਲ ਜਿਹੜੇ ਹੈਗੇ ਬਾਹਰਲੇ ਜ਼ਿਲ੍ਹਿਆਂ ਦੇ ਬੰਦਿਆਂ ਦੇ ਹੈਗੇ। 17 ਸੈਂਪਲ ਜਿਹੜੇ ਸੀਗੇ ਉਹ ਟੈਕਨੀਕਲ ਕਾਰਨ ਕਰਕੇ ਰਿਜੈਕਟ ਹੋ ਗਏ ਸੀਗੇ। ਇਹ 13 ਪੇਸ਼ੈਂਟਾਂ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਕਿਉਰ ਹੋ ਕੇ ਆਪਣੇ ਘਰੇ ਜਾ ਚੁੱਕਿਆ। 3 ਪੇਸ਼ੈਂਟ ਜਿਨ੍ਹਾਂ ਵਿੱਚੋਂ ਇੱਕ ਬਾਹਰਲਾ ਪੇਸ਼ੈਂਟ ਹੈਗਾ ਉਹਦੀ ਡੈਥ ਹੋ ਚੁੱਕੀ ਹੈ। 3 ਸੈਂਪਲ ਪੀਜੀਆਈ 'ਚ ਕਲੈਕਟ ਹੋਏ ਸੀਗੇ ਜਿਹੜੇ ਜ਼ਿਲ੍ਹਾ ਲੁਧਿਆਣੇ ਨਾਲ ਸੰਬੰਧਿਤ ਸੀਗੇ, ਉਹ 3 ਸੈਂਪਲ ਵੀ ਜਿਹੜੇ ਹੈਗੇ ਉਹ ਨੈਗੇਟਿਵ ਆਏ ਨੇ। ਹੁਣ 146 ਕੇਸਿਸ ਦੀ ਰਿਪੋਰਟ ਜਿਹੜੀ ਹੈਗੀ ਉਹ ਆਉਣ ਵਾਲੀ ਬਾਕੀ ਹੈ। ਅਸੀਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਇੱਕ ਛੇਤੀ ਹੀ ਇੱਕ ਮੈਡੀਕਲ ਬੁਲੇਟਿਨ ਟਾਈਪ ਦੀ ਚੀਜ਼ ਜਿਹੜੀ ਹੈਗੀ ਉਹ ਚਾਲੂ ਕਰਨ ਜਾ ਰਹੇ ਹਾਂ। ਛੇਤੀ ਹੀ ਅਸੀਂ ਇੱਕ ਐਕਸਪਰਟ ਹੈਲਥ ਟੀਮ ਜਿਹੜੀ ਹੈਗੀ ਉਹਦੇ ਨਾਲ ਲੋਕਾਂ ਦਾ ਇੰਟਰੈਕਸ਼ਨ ਜਿਹੜਾ ਹੈਗਾ ਉਹ ਕਰਵਾਵਾਂਗੇ, ਜਿਹਦੇ ਵਿੱਚ ਸਿਵਲ ਸਰਜਨ ਸਾਹਿਬ, ਇੱਕ ਆਯੁਸ਼ ਦਾ ਐਕਸਪਰਟ ਡਾਕਟਰ ਔਰ 2 ਪ੍ਰਾਈਵੇਟ ਹਸਪੀਟਲਾਂ ਦੇ ਡਾਕਟਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ। ਉਹ ਲੋਕਾਂ ਦੇ ਜਿਹੜੇ ਸਵਾਲ ਹੈਗੇ ਕੋਵਿਡ ਦੇ ਬਾਬਤ ਉਹਨਾਂ ਦਾ ਜਵਾਬ ਦੇਵਾਂਗੇ। ਇਸ ਦੇ ਬਾਬਤ ਟਾਈਮਿੰਗਸ ਵਗੈਰਾ ਜਿਹੜੀ ਹੈਗੀ ਉਹ ਬਾਅਦ ਦੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੱਲ ਪ੍ਰਧਾਨ ਮੰਤਰੀ ਜੀ ਵੱਲੋਂ ਘੋਸ਼ਣਾ ਕੀਤੀ ਗਈ ਸੀਗੀ ਔਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਇਹ ਘੋਸ਼ਣਾ ਕਰ ਦਿੱਤੀ ਗਈ ਸੀਗੀ ਕਿ ਲੋਕਡਾਊਨ ਜਿਹੜਾ ਹੈਗਾ ਉਹਨੂੰ ਐਕਸਟੈਂਡ ਕੀਤਾ ਜਾਵੇਗਾ। ਤਾਂ ਉਸ ਦੇ ਬਾਬਤ ਕੱਲ ਕਰਫਿਊ ਦੇ ਆਰਡਰ ਜਿਹੜੇ ਸੀਗੇ ਉਹ ਜਾਰੀ ਕਰ ਦਿੱਤੇ ਗਏ ਸਨ ਔਰ ਇਹ ਹੁਣ ਕਰਫਿਊ ਜਿਹੜਾ ਹੈਗਾ ਉਹ 3 ਮਈ ਤੱਕ ਜਾਰੀ ਰਹੇਗਾ। ਲੇਕਿਨ ਅੱਜ ਇੱਕ ਹਾਈ ਲੈਵਲ ਕਮੇਟੀ ਦੇ ਵੱਲੋਂ ਇਹ ਵੀ ਘੋਸ਼ਣਾ ਹੋਈ ਹੈ ਕਿ ਜੇ 20 ਅਪ੍ਰੈਲ ਤੱਕ ਸਿਚੁਏਸ਼ਨ ਜਿਹੜੀ ਹੈਗੀ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਚੰਗੀ ਰਹਿੰਦੀ ਹੈ ਤਾਂ ਕੁਝ ਰਿਲੈਕਸੇਸ਼ਨਸ ਵੀ ਜਿਹੜੀਆਂ ਹੈਗੀਆਂ ਉਹਨਾਂ ਡਿਸਟ੍ਰਿਕਾਂ ਨੂੰ ਜਾਂ ਉਹਨਾਂ ਏਰੀਆਜ਼ ਨੂੰ ਦਿੱਤੀ ਜਾ ਸਕਦੀ ਹੈ। ਤਾਂ ਉਹਦੇ ਬਾਬਤ 20 ਅਪ੍ਰੈਲ ਨੂੰ ਅਸੀਂ ਸਿਚੁਏਸ਼ਨ ਜਿਹੜੀ ਹੈਗੀ ਉਹਨੂੰ ਐਨਾਲਾਈਜ਼ ਕਰਾਂਗੇ ਔਰ 20 ਅਪ੍ਰੈਲ ਤੋਂ ਬਾਅਦ ਜੋ ਵੀ ਰਿਲੈਕਸੇਸ਼ਨਸ ਫਰਦਰ ਦੇਣੀਆਂ ਹੈਗੀਆਂ ਉਹ ਵੀ ਘੋਸ਼ਣਾ ਜਿਹੜੀ ਹੈਗੀ ਕੀਤੀ ਜਾਵੇਗੀ। ਉਦੋਂ ਤੱਕ ਜਿੰਨੀ ਵੀ ਐਸੈਂਸ਼ੀਅਲ ਸਪਲਾਈਜ਼ ਹੈਗੀਆਂ, ਭਾਵੇਂ ਉਹ ਰਾਸ਼ਨ ਦੀ ਹੋਵੇ, ਮੈਡੀਕਲ ਸਪਲਾਈਜ਼ ਹੋਵੇ, ਦੁੱਧ ਹੋਵੇ, ਸਬਜ਼ੀਆਂ ਹੋਣ, ਜਿਵੇਂ ਪਹਿਲਾਂ ਚੱਲਦੀਆਂ ਸੀਗੀਆਂ ਉੱਦਾਂ ਹੀ ਚੱਲਦੀਆਂ ਰਹਿਣਗੀਆਂ। ਮੈਨੂੰ ਇਹ ਦੱਸਣ ਦੇ ਵਿੱਚ ਵੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਤਕਰੀਬਨ 1.5 ਲੱਖ ਲੋਕਾਂ ਨੂੰ ਰਾਸ਼ਨ ਕਿੱਟ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਵੱਲੋਂ, ਰੈੱਡ ਕਰਾਸ ਵੱਲੋਂ ਤੇ SDRF ਵੱਲੋਂ ਹੁਣ ਤੱਕ ਲੋਕਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ ਔਰ ਅੱਗੇ ਵੀ ਇਹ ਸਪਲਾਈ ਜਿਹੜੀ ਹੈਗੀ ਉਹ ਜਾਰੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਅੱਜ ਸਾਡੇ ਪ੍ਰੋਕਿਊਰਮੈਂਟ ਦਾ ਵੀ ਪਹਿਲਾ ਦਿਨ ਸੀਗਾ ਔਰ ਅੱਜ ਖੰਨਾ ਮੰਡੀ ਦੇ ਵਿੱਚ 15 ਪਾਸਿਸ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸਨ ਔਰ 15 ਕਿਸਾਨ ਜਿਹੜੇ ਹੈਗੇ ਉਹ ਉੱਥੇ ਆ ਕੇ ਆਪਣਾ ਮਾਲ ਲੈ ਕੇ ਉਹਨਾਂ ਦੀ ਪ੍ਰੋਕਿਊਰਮੈਂਟ ਦੀ ਕਾਰਵਾਈ ਜਿਹੜੀ ਸੀਗੀ ਉਹ ਅੱਜ ਚਾਲੂ ਹੋਈ ਹੈ। ਸ਼ੁਭਾਰੰਭ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੋ ਗਿਆ ਹੈ ਔਰ ਆਉਣ ਵਾਲੇ ਸਮਾਂ ਦੇ ਵਿੱਚ ਵੀ ਇਹ ਨਿਰੰਤਰ ਜਾਰੀ ਰਹੇਗਾ। ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਕੇਵਲ ਔਰ ਕੇਵਲ ਸਾਡੀ ਇੱਕੋ ਹੀ ਰਿਕੁਐਸਟ ਹੈਗੀ ਕਿ ਆਪਣਾ ਪਾਸ ਦੇ ਮੁਤਾਬਕ ਹੀ ਸਾਰੇ ਕਿਸਾਨ ਜਿਹੜੇ ਹੈਗੇ ਆਪਣਾ ਮਾਲ ਮੰਡੀਆਂ ਦੇ ਵਿੱਚ ਲੈ ਕੇ ਆਉਣ। ਸਿਸਟਮ ਜਿਹੜਾ ਹੈਗਾ ਮੰਡੀ ਬੋਰਡ ਵੱਲੋਂ ਬਹੁਤ ਵਧੀਆ ਬਣਾ ਲਿਆ ਗਿਆ ਹੈਗਾ ਔਰ ਸਾਰੇ ਕੇ ਸਾਰੇ ਕਿਸਾਨਾਂ ਨੂੰ ਆੜ੍ਹਤੀਆਂ ਦੇ ਰਾਹੀਂ ਉਹਨਾਂ ਦੇ ਪਾਸਿਸ ਜਿਹੜੇ ਹੈਗੇ ਉਹ ਪਹੁੰਚਾ ਦਿੱਤੇ ਜਾਵਾਂਗੇ। ਥੈਂਕ ਯੂ। ਲੌਕਡਾਊਨ ਦੀ ਵਜ੍ਹਾ ਤੋਂ ਕਈ ਅਜਿਹੇ ਪਰਿਵਾਰ ਸਨ ਜੋ ਭਾਰਤ ਵਿੱਚ ਫਸ ਗਏ ਸਨ। ਅੱਜ 41 ਲੋਕ ਅਟਾਰੀ ਵਾਹਗਾ ਸਰਹੱਦ ਦੇ ਜ਼ਰੀਏ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਪਾਕਿਸਤਾਨ ਆਪਣੇ ਵਤਨ ਜਾ ਰਹੇ ਹਨ। ਉਹਨਾਂ ਨੇ ਤਾਂ ਆਸ ਹੀ ਛੱਡ ਦਿੱਤੀ ਸੀ, ਪਰ ਭਾਰਤ ਸਰਕਾਰ ਦਾ ਉਹ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਦੇ ਸ਼ਲਾਘਾਯੋਗ ਕਦਮ ਜ਼ਰੀਏ ਉਹ ਪਾਕਿस्तान जा रहे हैं। हम आए थे 9 मार्च को यहाँ बॉर्डर पे आए थे, अटारी बॉर्डर पे, और 10 मार्च को हम अपने आगरा शहर पहुँचे थे। हम सत्संगी हैं, राधा स्वामी सत्संग से वास्ता रखते हैं हम। तो आज वापस जा रहे हैं, काफ़ी देर लॉकडाउन रहा, कब तक आपका वीज़ा था? उसके बाद वीज़ा तो हमारा 22 अप्रैल तक था हमारा। ये है पाकिस्तान एम्बेसी की मेहरबानी थी जो उन्होंने हमारा सारा काम कराया था इंडियन गवर्नमेंट से मिलके। ਪਾਕਿਸਤਾਨ ਸਰਗੋਧੇ ਤੋਂ ਆਇਆ ਸੀ ਤੇ ਕਾਦੀਆਂ ਆਇਆ ਸੀ ਇੱਥੇ ਤੇ ਪੰਜਾਬ 12 ਮਾਰਚ ਨੂੰ ਆਇਆ ਸੀ ਇੰਡੀਅਨ ਪੰਜਾਬ ਤੇ 19 ਨੂੰ ਮੇਰੀ ਵਾਪਸੀ ਸੀ। ਲੇਕਿਨ ਜਦੋਂ 19 ਨੂੰ ਅਸੀਂ ਬਾਰਡਰ ਵਾਪਸ ਪਹੁੰਚੇ ਇੱਥੇ ਤੇ ਪਤਾ ਲੱਗਿਆ ਕਿ ਬਾਰਡਰ ਬੰਦ ਕਰਤਾ ਗਿਆ ਕਰੋਨਾ ਵਾਇਰਸ ਕਾਰਨ ਤੇ ਉਸ ਤੋਂ ਬਾਅਦ ਸਾਨੂੰ ਦੁਬਾਰਾ ਵਾਪਸ ਕਾਦੀਆਂ ਜਾਣਾ ਪਿਆ। ਉੱਥੇ ਅਸੀਂ
ਤਕਰੀਬਨ ਤਕਰੀਬਨ ਮਹੀਨਾ ਕੱਟ ਲਿਆ। ਤਕਰੀਬਨ ਕੁਆਰੰਟਾਈਨ ਕਰਤਾ ਗਿਆ 15-20 ਦਿਨ ਵਾਸਤੇ। ਅਸੀਂ ਕੁਆਰੰਟਾਈਨ ਰਹੇ ਉੱਥੇ ਆਪਣੇ ਕਮਰੇ 'ਚ। ਉਸ ਤੋਂ ਬਾਅਦ ਹੁਣ ਸਾਨੂੰ ਅੱਜ ਪਾਕਿਸਤਾਨ ਗੌਰਮੈਂਟ ਵੱਲੋਂ ਤੇ ਇੰਡੀਅਨ ਗੌਰਮੈਂਟ ਵੱਲੋਂ ਇਜਾਜ਼ਤ ਮਿਲੀ ਹੈ ਵਾਪਸ ਜਾਣ ਦੀ, ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ। ਕਿਹੋ ਜਿਹਾ ਲੱਗ ਰਿਹਾ ਅੱਜ ਵਤਨ ਵਾਪਸ ਜਾ ਰਹੇ ਹੋ ਕਾਫੀ ਦੇਰ ਬਾਅਦ, ਕਿਹੋ ਜਿਹਾ ਲੱਗ ਰਿਹਾ? ਕਾਫੀ ਹੁੰਦੇ ਅਸੀਂ ਯੂਜ਼ ਟੂ ਹੋ ਗਏ ਸਾਂ ਇੰਡੀਅਨ ਪੰਜਾਬ ਵੀ ਰਹਿਣ ਦੇ, ਤੇ ਲੇਕਿਨ ਹੁਣ ਸਾਰੀ ਗੱਲ ਵਤਨ ਹੁੰਦਾ, ਤੇ ਹੁਣ ਵਤਨ ਜਾ ਕੇ ਵਾਪਸੀ ਦੀ ਖੁਸ਼ੀ ਤੇ ਹੈ ਹੀ। ਤੇ ਹੁਣ ਅੱਜ ਬਾਰਡਰ ਖੁੱਲ੍ਹੇਗਾ ਤੇ ਜਾ ਕੇ इंशाल्लाह एंजॉय करेंगे पाकिस्तान। हम पाकिस्तान से आए थे यहाँ पे न्यू दिल्ली में विज़िट के लिए। तो क्या कहते हैं 2 फरवरी को आए थे, तब तक कोरोना का इतना कोई मसला नहीं था। मगर यहाँ पे जब हम रुके हुए थे तो 28 को हमारी वापसी थी, तो उससे पहले ही लॉकडाउन हो गया और बसें और ट्रेन सब बंद हो गए। हमारी टिकट हुई थी 28 तारीख की अमृतसर तक की। फिर उसके बाद जो है ना 14 तारीख को अब इन्होंने हमें खुद भेज रहे हैं। तो कितने मेंबर थे जी आपके? हम 3 मेंबर्स हैं, मेरी मदर है, फादर और मैं हूँ। तो आज आप जा रहे हैं, क्या कहना चाहते हैं? बस इंडिया पाकिस्तान के ताल्लुकात अल्लाह करे ठीक हो जाए। हमारे सारे रिलेटिव आधे से ज़्यादा यहाँ हैं, आधे वहाँ हैं, तो वाकई बहुत दुख होता है, आने जाने में बहुत प्रॉब्लम होती है। आपका शुभ नाम? मायदा। कहाँ के रहने वाले हैं? हम लाहौर के रहने वाले हैं। मेरी मम्मा असल में इंडियन थी, शादी वहाँ पे हुई है उनकी पाकिस्तान के अंदर, तो इस वजह से हमारा अम्मी का तो बहुत दिल होता है जाने का। अल्हम्दुलिल्लाह बहुत अच्छा लग रहा है। हम यहाँ पे इलाज के लिए आए थे, मेरी बेटी जल गई थी जिसकी प्लास्टिक सर्जरी यहाँ पे हमने कराई, तो अल्हम्दुलिल्लाह बहुत अच्छा हो गया। 2 महीने का वीज़ा था हमारा, 15 अप्रैल को ये वीज़ा ख़त्म हो रहा था। तो लॉकडाउन जैसे लगा तो हम वापस नहीं आ पा रहे थे, तो यहाँ की इंडियन हुकूमत ने बड़ा कोऑपरेट किया और फ़ोन पे रब्ता करके उन्होंने कहा कि आप ऑनलाइन वीज़ा अप्लाई कर दें, आपका वीज़ा बढ़ जाएगा, परेशान होने की ज़रूरत नहीं। तो अल्हम्दुलिल्लाह 30 तारीख को हमारा जो है वीज़ा बढ़ा दिया उन्होंने, और अभी स्पेशली जो हमारे लिए गेट खोला उन्होंने, तो उसके लिए हम जो है शुक्रगुजार हैं इंडियन हुकूमत का। तो लेके न जाते हैं और बहुत अच्छा माहौल मिला। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ, ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੀ ਅਨਾਜ ਮੰਡੀਆਂ ਵਿੱਚ ਹੁਣ ਸन्नाटा ਛਾਇਆ ਹੋਇਆ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਕਿਸਾਨਾਂ ਅਤੇ ਆੜ੍ਹਤੀਆਂ ਲਈ ਕਰਫਿਊ ਪਾਸ ਦੇ ਨਾਲ ਕਈ ਹੋਰ ਸਹੂਲਤਾਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਅੱਜ ਜਦੋਂ ਸਾਡੀ ਟੀਮ ਵੱਲੋਂ ਫਿਰੋਜ਼ਪੁਰ ਹਲਕੇ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਗੱਲਬਾਤ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ, ਸਰਕਾਰ ਉਸ ਉੱਤੇ ਪੂਰਾ ਨਹੀਂ ਉਤਰ ਰਹੀ ਹੈ। ਹੁਣ ਤੱਕ ਨਾ ਤਾਂ ਕਿਸੇ ਕਿਸਾਨ ਨੂੰ ਪਾਸ ਮਿਲ ਰਹੇ ਹਨ ਅਤੇ ਨਾ ਹੀ ਆੜ੍ਹਤੀਆਂ ਨੂੰ, ਜਿਸ ਦੇ ਨਾਲ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। जी कोई सहूलत नहीं मिली। अज 15 तरीक हो गई आ, मेरी अफसर नाल गल हुई सी, उन्होंने वार-वार यही कहा जी सानू पास असीं देवांगे, साडे हत्थ बन्ने आ जी, पता नहीं कहदे ना बन्नते उन्होंने हत्थ। किसानां वास्ते भी सोचो, किसानां वास्ते उन्होंने सोचना चाहिए, पास जिहड़े आ उन्हां नूं देने चाहिए आ। ये नहीं भी पास होणगे करनगे, ये गल्लां गलत आ। किन्ने क पास ਜਿਹੜੇ ਹੁਣ ਤੱਕ ਤੁਹਾਨੂੰ ਮਿਲ ਚੁੱਕੇ ਆ? मेरे मिले होण ते मैं 12 तरीक की कणक वड्डी आपदी, 12-13 किले ਜ਼ਮੀਨ ਕਣਕ ਵੱਢੀ ਸੀ, ਤੇ ਉਹਨਾਂ ਨੇ ਪਾਸ ਅੱਜ ਦਿੰਨੇ ਭਲਕੇ ਦਿੰਨੇ ਆ, 15 ਨੂੰ ਦਿੰਨੇ ਆ, ਐਂ ਕਰਦਿਆਂ ਅੱਜ ਹੁਣ ਤੁਸੀਂ ਹਿਸਾਬ ਲਾ ਲਓ ਵੀ 4 ਵੱਜ ਚੁੱਕੇ ਆ। 15 ਤਰੀਕ 4 ਦਾ ਟਾਈਮ ਹੋਏਗਾ ਅੰਦਾਜ਼ਾ, ਤੇ ਹਜੇ ਤੱਕ ਉਹਨਾਂ ਨੇ ਪਾਸ ਹਾਂਜੀ ਦਿੰਨੇ ਆ ਕਰਦੇ ਆ, ਮਗਰੋਂ ਮੈਸੇਜ ਆਉਂਦਾ ਜੀ। ਇਹ ਮੈਸੇਜ ਨਾ ਕਰਕੇ ਇਹਨਾਂ ਨੇ ਨਾ 17-18 ਤਰੀਕ ਲਿਆਉਣੀ ਆ। ਹੋਰ ਗੱਲ ਕੁਛ ਨਹੀਂ ਗੀ, ਇਹ ਲੇਟ ਕਰੀ ਜਾਂਦੇ ਆ, ਪਰ ਇਹ ਕਿਸਾਨਾਂ ਦਾ ਨਾ ਘਾਣ ਕਰ ਰਹੇ ਆ। ਮੰਡੀ ਦੇ ਕੀ ਹਾਲਾਤ ਹੈ ਜੀ? ਮੰਡੀ ਦੇ ਹਾਲਾਤ ਮਾੜੇ ਆ ਜੀ। ਮੰਡੀ ਜੋ ਕਹਿੰਦੇ ਜੀ ਅਸੀਂ 50 ਕੁਆਂਟਲ ਤੋਂ ਵੱਧ ਅਸੀਂ ਇੱਕ ਜਿਹੜੀ ਪਾਸ ਦੇਣਾ, ਇਹ ਤੋਂ ਵੱਧ ਨਹੀਂ ਦੇਣਾ। ਇਹ ਤਾਂ ਸ਼ਰੇਆਮ ਹੀ ਧੱਕਾ ਕਿਸਾਨਾਂ ਦਾ। ਉਹ ਇੱਕ ਟਰਾਲੀ ਲੈ ਕੇ ਆਊਗਾ, ਲੇਬਰ ਤਾਂ ਪਹਿਲਾਂ ਨਹੀਂ ਮਿਲਦੀ, ਉਹ ਇੱਕ ਟਰਾਲੀ ਕਿੱਥੇ ਲਾਊਗਾ, ਕੀ ਕਰੂਗਾ? ਹੁਣ 5-6 ਟਰਾਲੇ ਮੇਰੇ ਭਰੇ ਖੜੇ ਆ, ਹੁਣ ਇਹ ਕਿੱਥੇ ਲਾਵਾਂਗੇ? ਪਹਿਲਾਂ ਘਰੇ ਲਾਵਾਂਗੇ, ਮੁੜ ਕੇ ਦੂਜੀ ਕਣਕ ਵੱਢਾਂਗੇ, ਮੁੜ ਕੇ ਫੇਰ ਮੰਡੀ ਭਰ ਕੇ ਜਾਵਾਂਗੇ ਇੱਕ ਟਰਾਲੀ। ਇਹਦਾ ਸਿਸਟਮ ਬਿਲਕੁਲ ਗਲਤ ਕੀਤਾ। ਇਹ ਪਾਸ ਵਾਲਾ ਕੰਮ ਤਾਂ ਚਾਹੀਦਾ ਨਹੀਂ ਸੀ। ਪਰੇਸ਼ਾਨੀਆਂ ਜੀ ਇਸ ਟਾਈਮ ਵੇਖੀਏ ਤਾਂ ਕੋਈ ਹੁਣ ਅਜੇ ਤੱਕ ਸਾਨੂੰ ਕੋਈ ਪਾਸ ਨਹੀਂ ਮਿਲੇਗੇ। ਹੁਣ ਸੁਣਨ ਦੇ ਵਿੱਚ ਆਇਆ, ਮੈਂ ਮਾਰਕੀਟ ਕਮੇਟੀ ਦਫ਼ਤਰ ਗਿਆ ਸੀਗਾ, ਕਹਿੰਦੇ ਵੀ 25 ਪਾਸ ਪਰਸੋਂ ਵਾਸਤੇ ਆ, ਜਿਹਦੇ ਵਿੱਚੋਂ 15 ਪਾਸ ਤਲਵੰਡੀ ਮੰਡੀ ਵਾਸਤੇ ਆ, 10 ਛੱਲਰ ਵਾਸਤੇ ਆ। ਇਹ ਸਾਡੀ 84 ਕਿੱਲਿਆਂ ਦੀ ਮੰਡੀ ਹੈ।
ਜਿਹਦੇ ਵਿੱਚ ਸਿਰਫ ਪਰਸੋਂ 15 ਟਰਾਲੀਆਂ ਹੋਣਗੀਆਂ, ਯਾਨੀ 750 ਕੁਇੰਟਲ। 84 ਕਿੱਲਿਆਂ ਦੀ ਮੰਡੀ ਹੈ, 70-80 ਦੇ ਨੇੜੇ ਆੜਤੀਏ। ਜਦੋਂ 15 ਪਾਸ ਮਿਲੇ ਸਿਰਫ ਵੱਧ ਤੋਂ ਵੱਧ ਵੀ 3 ਆੜਤੀਆਂ ਨੂੰ ਜਾਂ 4 ਨੂੰ ਦਿੱਤੇ ਜਾਣਗੇ, ਤੇ ਬਾਕੀ ਆੜਤੀਏ ਕੀ ਕਰਨਗੇ? ਜਦੋਂ ਪਿੰਡਾਂ ਵਿੱਚ ਦੀ ਕਣਕ ਦੀਆਂ ਟਰਾਲੀਆਂ ਨਿਕਲ ਕੇ ਆਉਣਗੀਆਂ ਤੇ ਸਾਡੇ ਜ਼ਿਮੀਂਦਾਰ ਵੀ ਸਾਨੂੰ ਕੰਪੈਲ ਕਰਨਗੇ ਵੀ ਕੀ ਗੱਲ, ਵੀ ਤੁਹਾਡੇ ਦਮ ਨਹੀਂ ਗਾ, ਕੀ ਗੱਲ ਹੈ, ਕੀ ਬਾਤ ਹੈ, ਕਾਹਤੋਂ ਹੈ? ਯਾਨੀ ਇਹ ਰੌਲੇ ਵਾਲਾ ਮਾਹੌਲ ਬਣੀ ਜਾਂਦਾ ਵੀ ਇੱਕ ਵਾਰ ਗੌਰਮੈਂਟ ਨੂੰ ਚਾਹੀਦਾ ਜਿੰਨੇ ਫਾੜੇ ਵਿਹਲੇ ਪਏ ਆ, ਸਾਨੂੰ ਦਿੱਤੇ ਆ, ਡੱਬੇ ਬਣਾਏ ਆ, ਕੇਰਾਂ ਉਹ ਭਰੇ ਜਾਂਦੇ, ਠੀਕ ਹੈ। ਉਦੋਂ ਬਾਅਦ ਜਿੰਨੇ ਕੋਈ ਜ਼ਿਮੀਂਦਾਰ ਕਿਤੇ ਤੁਰ ਜਾਂਦੇ ਆ, ਮਾਲ ਚੱਕਿਆ ਜਾਂਦਾ, ਕੋਈ ਇੱਕ ਡੱਬਾ ਖਾਲੀ ਹੁੰਦਾ ਉਹਨੂੰ ਇੱਕ ਪਾਸ ਦੇ ਦਿਓ, ਜਿਹਦੇ 5 ਡੱਬੇ ਖਾਲੀ ਹੋ ਗਏ 5 ਦੇ ਦਿਓ, ਜਿਹਦੇ 3 ਹੋ ਗਏ 3 ਦੇ ਦਿਓ। ਹੁਣ ਮੇਰੀ ਆੜਤ ਹੈ, ਮੇਰੀ ਮਲਾਦੀ ਵੀ ਹੋਊਗਾ 200-300 ਫੁੱਟ ਦੇ ਨੇੜੇ ਮੇਰੇ ਕੋਲ ਥਾਂ ਲੰਬਾ, ਠੀਕ ਹੈ। ਮੇਰੇ ਕੋਲ ਲੇਬਰ ਵੀ ਪੂਰੀ ਹੈਗੀ ਆ। ਸਾਨੂੰ ਮੈਂ ਤਾਂ ਇਹ ਕਹਿੰਦਾ ਵੀ ਸਾਨੂੰ ਇਉਂ ਕੀਤਾ ਜਾਵੇ ਵੀ ਜਿੰਨੀ ਤੁਹਾਡੇ ਤੁਸੀਂ ਜ਼ਿਮੀਂਦਾਰ ਨੂੰ ਸੰਭਾਲ ਸਕਦੇ ਆ ਉਹਨੇ ਮੰਗਾ ਲਓ, 5 ਜ਼ਿਮੀਂਦਾਰ ਮੰਗਾ ਲਓ ਜਾਂ 5 ਪਰਚੀਆਂ ਦੇ ਦਿਓ, ਅਸੀਂ ਇੱਕ ਜ਼ਿਮੀਂਦਾਰ ਮੰਗਾ ਲਈਏ, ਉਹ ਅਸੀਂ ਤੋਲ ਕੇ ਭੇਜ ਦਈਏ, ਅਗਲੇ ਦਿਨ ਦੂਜਾ ਜ਼ਿਮੀਂਦਾਰ ਆ ਜੇ, ਸਾਡਾ ਥਾਂ ਚੈੱਕ ਕਰ ਲਿਆ ਕਰਨ ਵੀ ਥਾਂ ਹੈਗਾ, ਠੀਕ ਹੈ, ਉਹਨਾਂ ਸਾਨੂੰ ਦੇ ਦਿਆ ਕਰਨ। ਜੇ ਸਾਡੇ ਕੋਲ ਥਾਂ ਹੈ ਨਹੀਂ, ਅਸੀਂ ਵੀ ਨਹੀਂ ਮੰਗਵਾਉਣਾ ਚਾਹੁੰਦੇ ਜਦੋਂ ਥਾਂ ਹੀ ਹੈ ਨਹੀਂ, ਠੀਕ ਹੈ। ਇਵੇਂ ਚਾਹੀਦਾ। ਜੇ ਹੁਣ ਚੰਡੀਗੜ੍ਹੋਂ ਪਾਸ ਕਹਿੰਦੇ ਨਿਕਲਦੇ ਆ, ਉਹ ਕੰਪਿਊਟਰ ਕੱਢਦਾ, ਉਹ ਪਤਾ ਨਹੀਂ ਕਿਹਦੇ ਨਿਕਲ ਆਉਣੇ ਆ। ਸਰਕਾਰ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੇ ਸੀਜ਼ਨਲ ਪ੍ਰਬੰਧ ਤਕਰੀਬਨ ਮੁਕੰਮਲ ਕਰਵਾ ਦਿੱਤੇ ਗਏ ਆ। ਠੀਕ ਹੈ ਜੀ। ਗੌਰਮੈਂਟ ਦੀਆਂ ਹਦਾਇਤਾਂ ਅਨੁਸਾਰ ਸਭ ਤੋਂ ਮੇਨ ਜਿਹੜਾ ਸੀ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਜਿਹੜੇ ਸਾਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ, ਉਸ ਦੇ ਸੰਬੰਧ ਵਿੱਚ ਮਾਰਕੀਟ ਕਮੇਟੀ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ 'ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਸਾਡੇ ਕੋਲ ਤਲਵੰਡੀ ਭਾਈ ਮਾਰਕੀਟ ਕਮੇਟੀ ਵੀ ਹੈ। ਸੈਨੀਟਾਈਜ਼ਰ ਰਾਹੀਂ ਹੱਥ ਧੋਣ ਵਾਸਤੇ ਸਾਡੇ ਕੋਲ 4 ਜਿਹੜੇ ਹੈਗੇ ਨੇ ਵਾਹਨ ਆ ਚੁੱਕੇ ਹੋਏ, ਬਾਥਰੂਮ ਆ ਚੁੱਕੇ ਹੋਏ ਹਨ। ਠੀਕ ਹੈ। ਬਾਕੀਆਂ ਮੰਡੀਆਂ ਵਾਸਤੇ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ ਅਜੇ ਤੱਕ ਜਿਹੜੇ ਹਨ ਉਹ ਆ ਰਹੇ ਆ, ਜਿਵੇਂ ਬਣ ਰਿਹਾ, ਪ੍ਰੋਵਾਈਡ ਹੋ ਰਿਹਾ। ਕਰਫਿਊ ਦੀ ਸਮੱਸਿਆ ਕਾਰਨ ਸਾਨੂੰ ਜਿਹੜਾ ਥੋੜ੍ਹੀ ਪ੍ਰੋਬਲਮ ਆ ਰਹੀ ਸੀਗੀ, ਪਰ ਸਾਡੀ ਇਹ ਪੂਰੀ ਕੋਸ਼ਿਸ਼ ਹੈਗੀ ਆ ਕਿ ਅਸੀਂ ਹਰੇਕ ਮੰਡੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਹੱਥ ਧੋਣ ਵਾਸਤੇ ਸੈਨੀਟਾਈਜ਼ਰ ਨਾਲ ਜਿਹੜੇ ਪ੍ਰਬੰਧ ਕੀਤੇ ਜਾਣ। ਜਿੱਥੇ ਤੱਕ ਪਾਣੀ ਦਾ ਸੰਬੰਧ ਹੈ, ਘੜਿਆਂ ਤੱਕ ਜਿਹੜਾ ਪਾਣੀ ਦਿੱਤਾ ਜਾਣਾ ਸਾਡੇ ਵੱਲ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਸਫਾਈਆਂ ਦਾ ਵੱਧ ਮੁਕੰਮਲ ਹੋ ਚੁੱਕਾ। ਜਿਹੜਾ ਸਿਸਟਮ ਹੈਗਾ ਬਿਜਲੀ ਪਾਣੀ ਦੇ ਸਾਡੇ ਪ੍ਰਬੰਧ ਤਕਰੀਬਨ ਸਾਰੇ ਸੈਂਟਰਾਂ ਵਿੱਚ ਹੁਣ ਤੱਕ ਮੁਕੰਮਲ ਹੋ ਚੁੱਕੇ ਹਨ। ਸਾਡੀ ਗੌਰਮੈਂਟ ਦੀਆਂ ਹਦਾਇਤਾਂ ਅਨੁਸਾਰ ਪੂਰੀ ਪੁਰਜੋਰ ਕੋਸ਼ਿਸ਼ ਹੈਗੀ ਸਾਡੇ ਵੀ ਹਰ ਪ੍ਰਕਾਰ ਦਾ ਅਸੀਂ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਕਈ ਕਿਸਾਨਾਂ ਤੇ ਆੜਤੀਆਂ ਦੀਆਂ ਸ਼ਿਕਾਇਤਾਂ ਹਨ ਕਿ ਉਹਨਾਂ ਨੂੰ ਜਿਹੜੇ ਪਾਸ ਆ ਉਹ ਘੱਟ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੂੰ ਪਾਸ ਜਿਹੜੇ ਵਧਾਏ ਜਾਣ। ਪਾਸਾਂ ਦੇ ਸੰਬੰਧ 'ਚ ਸਾਡੇ ਕੋਲ 15 ਤਰੀਕ ਤੱਕ ਜਿੰਨੇ ਪਾਸ ਨਿਕਲਣੇ ਸੀ ਉਹ ਪਹਿਲਾਂ ਨਿਕਲੇ ਹੋਏ ਨੇ। ਉਸ ਤੋਂ ਬਾਅਦ 16 ਤਰੀਕ ਨੂੰ ਸਾਡੇ ਸੀ ਤਕਨੀਕੀ ਸਮੱਸਿਆ ਕਾਰਨ ਉਹ ਨਹੀਂ ਨਿਕਲ ਪਾਏ। ਠੀਕ ਹੈ। 17 ਤਰੀਕ ਵਾਸਤੇ ਪਾਸ ਸਾਡੇ ਕੋਲ ਨਿਕਲੇ ਹੋਏ ਆ, ਉਹ ਅਸੀਂ ਜ਼ਿਮੀਂਦਾਰਾਂ ਨੂੰ ਦੇ ਰਹੇ ਹਾਂ। ਅੱਜ ਸ਼ਾਮ ਨੂੰ ਫਿਰ ਅਸੀਂ ਕੱਢ ਕੇ 18 ਤਰੀਕ ਵਾਸਤੇ ਪਾਸ ਜਿਹੜੇ ਹੈਗੇ ਨਾਲ ਦੇ ਨਾਲ ਦਿੱਤੇ ਜਾ ਰਹੇ। ਪਾਸ ਸੰਬੰਧੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ। ਹੁਣ ਤੱਕ ਕਿੰਨੀ ਫਸਲ ਆ ਚੁੱਕੀ ਮੰਡੀ ਵਿੱਚ? ਮੰਡੀਆਂ 'ਚ ਹੁਣ ਤੱਕ ਜੋ ਅਸੀਂ ਪਾਸ ਤਾਂ ਅਸੀਂ ਦਿੱਤੇ ਇਸ਼ੂ ਕਰ ਚੁੱਕੇ ਸੀਗੇ, ਪਰੰਤੂ ਥੋੜ੍ਹੇ ਕਰਕੇ ਜਦੋਂ ਅੱਜ ਦੀ 4-5 ਟਰਾਲੀਆਂ ਮੇਰੇ ਕੋਲ ਤਲਵੰਡੀ ਭਾਈ ਵਿੱਚ ਆ ਚੁੱਕੀਆਂ ਨੇ। ਠੀਕ ਹੈ। ਉਹ ਉਤਰ ਚੁੱਕੀਆਂ ਨੇ, ਉਹਨਾਂ ਦੀ ਅਸੀਂ ਜਿਹੜੀ ਹੈਗੀ ਪ੍ਰੋਕਿਉਰਮੈਂਟ ਦਾ ਪੂਰਾ ਪ੍ਰਬੰਧ ਕਰ ਚੁੱਕੇ। ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਕਿਸਾਨਾਂ ਦੀ ਫਸਲਾਂ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਜੇਕਰ ਗੱਲ ਕਰੀ ਜਾਵੇ ਪ੍ਰਸ਼ਾਸਨ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਡੀਆਂ ਵਿੱਚ ਆੜ੍ਹਤੀ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਮੰਡੀਆਂ ਵਿੱਚ ਮਾਰਕੀਟਿੰਗ ਅਤੇ ਕੋਰੋਨਾ ਵਾਇਰਸ ਦੇ ਕਾਰਨ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਹੋਵੇ, ਇਸ ਲਈ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਅਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਾਰੇ ਆੜ੍ਹਤੀਆਂ ਵਿੱਚੋਂ ਸਿਰਫ ਇੱਕ ਦਿਨ ਵਿੱਚ ਸਿਰਫ ਇੱਕ ਹੀ ਆੜ੍ਹਤੀ ਨੂੰ 5 ਪਾਸ ਦਿੱਤੇ ਜਾ ਰਹੇ ਹਨ ਅਤੇ ਇੱਕ ਦਿਨ ਵਿੱਚ ਸਿਰਫ 5 ਕਿਸਾਨ ਹੀ ਆਪਣੀ ਫਸਲ ਮੰਡੀ ਵਿੱਚ ਲਿਆ ਸਕਦੇ ਹਨ। ਕਣਕ ਦੀ ਅਰਾਈਵਲ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਥੋੜੀ ਜਿਹੀ ਲੇਟ ਹੁੰਦੀ ਹੈਗੀ ਹੈ ਬਾਕੀ ਏਰੀਆ ਨਾਲੋਂ। ਅਸੀਂ ਪੱਕੀ ਮੰਡੀਆਂ ਦੇ ਵਿੱਚ ਮਾਰਕਿੰਗ ਅਸੀਂ ਸਟਾਰਟ ਕਰਾਈ ਹੋਈ ਹੈਗੀ, ਆਲਮੋਸਟ ਅੱਜ ਸ਼ਾਮ ਤੱਕ ਫਿਨਿਸ਼ ਹੋ ਜਾਏਗੀ। ਜਿਹੜੀ ਕੱਚੀਆਂ ਮੰਡੀਆਂ ਹੈ ਉੱਥੇ ਅਸੀਂ ਇਹ ਮੈਥਡ ਕਰ ਰਹੇ ਹੈਗੇ ਆ ਵੀ ਜਿਹੜੀ ਤਰਪਾਲਾਂ ਹੈਗੀਆਂ ਉਹ ਓਨੇ ਸਾਈਜ਼ ਦੀਆਂ ਕੱਟ ਕੇ ਦੂਰ ਅਸੀਂ ਜਿਹੜੀਆਂ ਹੈ ਲਗਾ ਦਾਂਗੇ। ਤਾਂ ਉਹ ਤਰਪਾਲਾਂ ਜਿਹੜੀਆਂ ਅਸੀਂ ਲਗਾਉਣੀਆਂ ਸਟਾਰਟ ਕਰਤੀਆਂ ਹੈ, ਕੱਲ ਮਾਰਨਿੰਗ ਤੱਕ ਉਹ ਵੀ ਲੱਗ ਜਾਣਗੀਆਂ। ਇਸ ਤਰ੍ਹਾਂ ਜਿਹੜੀ ਕੱਚੀ ਮੰਡੀਆਂ ਦਾ ਪ੍ਰਬੰਧ ਹੈ ਵੀ ਪੱਕਾ ਹੋ ਜਾਏਗਾ। ਮੈਮ ਖਰੀਦ ਕਿਸ ਤਰ੍ਹਾਂ ਕਰੇ ਸਰਕਾਰ? ਖਰੀਦ ਜਿਵੇਂ ਹਰ ਸਾਲ ਹੁੰਦੀ ਹੈ ਉਵੇਂ ਹੀ ਹੁੰਦੀ ਹੈਗੀ ਹੈ, ਬਸ ਇਹਦੇ ਵਿੱਚ ਇਸ ਵਾਰ ਫਰਕ ਇਹ ਹੈਗਾ ਹੈ ਕਿ ਜਿਹੜੀ ਸਵੇਰੇ ਇੱਕ ਵਾਰ ਕਣਕ ਆ ਜਾਏਗੀ ਉਹ ਅਸੀਂ ਸ਼ਾਮ ਤੱਕ ਲਿਫਟ ਕਰਨੀ ਹੈ। ਅੱਗੇ ਹੁੰਦਾ ਸੀਗਾ ਕਿ ਲਿਫਟਿੰਗ 3-4 ਦਿਨ ਤੱਕ ਚੱਲਦੀ ਰਹਿੰਦੀ ਸੀਗੀ, ਪਰ ਇਸ ਵਾਰ ਕਿਉਂਕਿ ਕਰੋਨਾ ਕਰਕੇ ਸੋਸ਼ਲ ਡਿਸਟੈਂਸਿੰਗ ਅਸੀਂ ਮੇਨਟੇਨ ਕਰਨੀ ਹੈ ਤਾਂ ਹਰ ਇੱਕ ਆੜ੍ਹਤੀ ਨੂੰ 5 ਕੂਪਨ ਅਸੀਂ ਦੇਵਾਂਗੇ ਇੱਕ ਦਿਨ ਦੇ, ਤੇ ਉਹ 5 ਕੂਪਨ ਪਿੱਛੇ 5 ਟਰਾਲੀਆਂ ਲੈ ਕੇ ਆ ਸਕਦਾ ਹੈ। ਉਹਨਾਂ ਦਾ ਹੀ ਅਰਾਈਵਲ ਹੋਏਗਾ, ਉਹਦੀ ਹੀ ਲਿਫਟਿੰਗ ਹੋਏਗੀ। ਮੰਡੀ ਆ 5 ਪਾਸ ਸਿਰਫ ਇੱਕ ਆੜ੍ਹਤੀ ਨੂੰ ਜਾਰੀ ਕਰਨੇ ਇੱਕ ਦਿਨ ਦੇ, ਤੇ ਬਾਕੀ ਮੰਡੀ ਖਾਲੀ ਪਈ ਹੈ। ਲੇਬਰਾਂ ਵੀ ਸਾਡੀਆਂ ਵਿਹਲੀਆਂ ਬੈਠੀਆਂ ਹੈ ਤੇ ਮੰਡੀ ਵੀ ਖਾਲੀ ਪਈ ਹੈ। ਸੋਸ਼ਲ ਡਿਸਟੈਂਸਿੰਗ ਵੀ ਰੱਖ ਸਕਦੇ ਆ। ਜਿੰਨੇ ਮੰਡੀ ਦੇ ਵਿੱਚ ਇਹਨਾਂ ਨੇ 30x30 ਦੇ ਬਲੋਕ ਬਣਾਏ ਹੈ, ਘੱਟੋ ਘੱਟ ਉਸ ਮੰਡੀ ਨੂੰ 19 ਪਾਸ ਤਾਂ ਜਾਰੀ ਕਰੇ ਜਾਣ।
ਇਹ ਆਣਾ ਹੈ ਖਾਨੇ ਬਣਦੇ ਆ ਮੰਡੀ ਦੇ ਵਿੱਚ, ਉਨੇ ਪਾਸ ਜਾਰੀ ਕਰ ਦੇਣ, ਉਨੇ ਢੇਰੀਆਂ ਆਣ, ਜਦੋਂ ਉਹ ਭਰਾ ਕੇ ਚਲੇ ਜਾਣ ਤੇ ਉਹਦੇ ਬਾਅਦ ਸਾਨੂੰ ਛੂਟ ਹੋਣੀ ਚਾਹੀਦੀ, ਅਸੀਂ ਹੋਰ ਜ਼ਿਮੀਂਦਾਰ ਬੁਲਾ ਲਈਏ ਤਾਂ ਕਿ ਜ਼ਿਮੀਂਦਾਰਾਂ ਦਾ ਕੰਮ ਵੀ ਜਲਦੀ ਮੁੱਕ ਜਾਵੇ ਤੇ ਸਰਕਾਰ ਨੂੰ ਵੀ ਜਲਦੀ ਖਰੀਦ ਇਹਨਾਂ ਦੀ ਮੁੱਕ ਸਕਦੀ ਹੈ ਉਸ ਢੰਗ ਦੇ ਨਾਲ। ਇਹ ਕੰਮ ਹੋਣਾ ਚਾਹੀਦਾ ਹੈ ਤੇ ਛੋਟੇ ਜ਼ਿਮੀਂਦਾਰ ਆ, ਗਰੀਬ ਜ਼ਿਮੀਂਦਾਰ ਆ, ਜੇ ਉਹ ਜਲਦੀ ਕਣਕ ਵੇਚੂਗਾ ਤਾਂ ਹੀ ਉਹਨਾਂ ਦੇ ਪੈਸੇ ਖਾਤਿਆਂ ਦੇ ਵਿੱਚ ਪੈਸੇ ਜਾਣਗੇ, ਨਹੀਂ ਤਾਂ 3-4 ਮਹੀਨੇ ਉਹਨਾਂ ਨੂੰ ਹੋਰ ਵੇਟ ਕਰਨੀ ਪਊਗੀ ਆਪਣੀ ਟਰਨ ਦੀ। ਉਦੋਂ ਤੱਕ ਤਾਂ ਉਹ ਭੁੱਖੇ ਮਰ ਜਾਣਗੇ ਜ਼ਿਮੀਂਦਾਰ, ਉਹਨਾਂ ਕੋਲ ਪੈਸੇ ਨਹੀਂ ਜਾ ਸਕਦਾ ਜਦ ਤੱਕ ਕਣਕ ਨਹੀਂ ਵੇਚੂਗੇ, ਉਹਨਾਂ ਨੂੰ ਪੈਸੇ ਨਹੀਂ ਮਿਲਣੇ। ਇਹ ਸਰਕਾਰ ਨੂੰ ਵੀ ਪੁਰਜ਼ੋਰ ਬੇਨਤੀ ਹੈ ਵੀ ਜਿੰਨੇ ਮੰਡੀ ਦੇ ਵਿੱਚ ਸਪੇਸ ਹੈਗੀ ਉਸ ਸਪੇਸ ਦੇ ਹਿਸਾਬ ਨਾਲ ਜ਼ਿਮੀਂਦਾਰ ਨੂੰ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਜਦੋਂ ਉਹ ਚੱਲ ਜਾਣ ਤਾਂ ਸਾਨੂੰ ਹੋਣਾ ਚਾਹੀਦਾ ਤੁਸੀਂ ਹੋਰ ਉਨੇ ਬੰਦੇ ਬੁਲਾ ਲਓ, ਜ਼ਿਮੀਂਦਾਰ ਬੁਲਾ ਕੇ ਉਹਨਾਂ ਨੂੰ ਵਿਹਲੇ ਕਰਕੇ ਅਸੀਂ ਤੋੜ ਸਕੀਏ ਜਲਦੀ ਤੋਂ ਜਲਦੀ। ਤੇ ਬਹੁਤ ਇੰਤਜ਼ਾਮ ਹੈ ਲੇਬਰ ਦਾ ਵੀ, ਇੱਥੇ ਕੰਮ ਕਰਨ ਨੂੰ ਤਿਆਰ ਹੈ, ਪਰ ਹੁਣ ਲੇਬਰ ਵਿਹਲੀ ਬੈਠੀ ਹੈ, ਜ਼ਿਮੀਂਦਾਰ ਘਰੇ ਬੈਠੇ ਟਰਾਲੀਆਂ ਖੜਾ ਕੇ ਉਹ ਸਾਨੂੰ ਫੋਨ ਕਰ ਰਹੇ ਵੀ ਕਦੋਂ ਲੈ ਕੇ ਆਈਏ, ਸਾਨੂੰ ਪਾਸ ਨਹੀਂ ਮਿਲ ਰਹੇ। 5 ਪਾਸ ਮਿਲੇ ਸੀਗੇ 61 ਨੂੰ, ਕੱਲ੍ਹ ਨੂੰ ਮੈਨੂੰ ਮਿਲੇ ਆ 16 ਤਰੀਕ ਦੇ 5 ਪਾਸ, ਮੈਂ 5 ਜ਼ਿਮੀਂਦਾਰ ਬੁਲਾ ਸਕੂਗਾ ਤੇ ਉਹ ਤੋਂ ਬਾਅਦ ਹੋਰ 38 ਦੀ ਨੰਬਰ ਆਊਗਾ ਉਹ ਬੁਲਾਊਗਾ ਆਪਣੇ ਜ਼ਿਮੀਂਦਾਰ। ਇਸ ਤਰ੍ਹਾਂ ਕਰਕੇ ਦੂਜਾ ਨੰਬਰ ਪਤਾ ਨਹੀਂ ਹੁਣ ਦੂਜੀ ਵਾਰ ਮੈਨੂੰ ਪਾਸ 10 ਦਿਨ ਬਾਅਦ ਮਿਲਦੇ ਆ, ਹਫ਼ਤੇ ਬਾਅਦ ਮਿਲਦੇ ਆ, ਕਦੋਂ ਮਿਲਦੇ ਉਹਦਾ ਕੋਈ ਕਹਿ ਨਹੀਂ ਸਕਦੇ ਵੀ ਇਹ ਜਾਂ ਤਾਂ ਮੰਡੀਆਂ ਬਿਲਕੁਲ ਬੰਦੇ ਕਰ ਦੇਣਾ 15 ਦਿਨ ਕਰੋਨਾ ਵਾਇਰਸ ਕਰਕੇ, ਜੇ ਚਲਾਉਣੀਆਂ ਤਾਂ ਇਸ ਢੰਗ ਨਾਲ ਚਲਾਏ ਜਾਣ ਕਿ ਅਸੀਂ ਮੰਡੀ ਦੇ ਵਿੱਚ ਰਸ਼ ਨਹੀਂ ਪੈਣ ਦੇਵਾਂਗੇ, ਇਹ ਸਾਡੀ ਜ਼ਿੰਮੇਵਾਰੀ ਹੈ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ, ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪੰਜਾਬ ਦੇ ਜਲੰਧਰ ਸ਼ਹਿਰ ਦੇ ਲਾਵਲਪੁਰ ਇਲਾਕੇ ਦੀ ਮੰਡੀ ਵਿੱਚ ਅੱਜ ਪਹਿਲਾ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਪਹੁੰਚਿਆ। ਇਸ ਦੌਰਾਨ ਜਿੱਥੇ ਆਪਣੇ ਆਪ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕਿਸਾਨ ਦਾ ਸਵਾਗਤ ਕੀਤਾ, ਉੱਥੇ ਹੀ ਦੂਜੇ ਪਾਸੇ ਉਹ ਸਰਕਾਰ ਦੇ ਨਿਯਮਾਂ ਨੂੰ ਤੋੜਦੇ ਹੋਏ ਕਿਸਾਨ ਦੇ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆਏ। ਹਾਲਾਂਕਿ ਕਿਸਾਨ ਦਾ ਕਹਿਣਾ ਸੀ ਕਿ ਉਹ ਮੰਡੀ ਵਿੱਚ ਕਣਕ ਦੀ ਫਸਲ ਤਾਂ ਲੈ ਕੇ ਆ ਗਿਆ ਹੈ, ਪਰ ਇੱਥੇ ਨਾ ਤਾਂ ਲੇਬਰ ਹੈ ਅਤੇ ਨਾ ਹੀ ਕੋਈ ਖਾਸ ਇੰਤਜ਼ਾਮ। ਦੇਖੋ ਜੀ, ਹਜੇ ਤਾਂ ਨਾ ਮੰਡੀਆਂ ਦੇ ਵਿੱਚ ਨਾ ਤਾਂ ਬਾਰਦਾਨਾ ਨਾ ਬੋਲੀ ਹੋਈ ਹੈ, ਹਜੇ ਤਾਂ ਪੱਖਾ ਲੱਗ ਰਿਹਾ। ਮੰਡੀਆਂ ਵਿੱਚ ਲੇਬਰ ਦੀ ਬਹੁਤ ਸ਼ਾਰਟੇਜ ਆ ਰਹੀ ਹੈ ਤੇ ਜਦੋਂ ਫਿਰ ਬੋਲੀ ਹੋਊਗੀ, ਬਾਰਦਾਨਾ ਮਿਲੂਗਾ, ਫਿਰ ਮਾਲ ਭਰੂਗਾ ਤਾਂ ਫਿਰ ਉਸ ਤੋਂ ਬਾਅਦ ਕੁਝ ਪਤਾ ਲੱਗੇਗਾ। ਜਿਹੜੀਆਂ ਸਰਕਾਰ ਨੇ ਹਦਾਇਤਾਂ ਦਿੱਤੀਆਂ ਸੀ ਮੰਡੀ ਦੇ ਵਿੱਚ ਡਿਸਟੈਂਸ ਰੱਖਣ ਨੂੰ, ਕੀ ਲੱਗਦਾ ਕਿ ਉਹ ਤੁਸੀਂ ਦੇਖਿਆ ਮੰਡੀ ਦੇ ਵਿੱਚ ਫੋਲੋ ਹੋ ਰਹੀਆਂ ਉਹਨਾਂ ਨੂੰ? ਹਾਂਜੀ, ਉਹ ਪੂਰੀਆਂ ਫੋਲੋ ਹੋ ਰਹੀਆਂ। ਇਸ ਟਾਈਮ ਸਾਰੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੇ ਆ, ਸਾਰੇ ਫੋਲੋ ਹੋ ਰਹੇ ਆ। ਆਪਣੇ ਆਦਮਪੁਰ ਮੰਡੀ 'ਚ ਅੱਜ ਸਾਡੇ ਜੀ ਡੀਐਮਓ ਸਾਹਿਬ ਅੱਜ ਆਏ ਨੇ, ਸਾਡੀ ਐਸਡੀਐਮ ਸਾਹਿਬ ਨਾਲ, ਡਿਪਟੀ ਸਾਹਿਬ ਨਾਲ ਸਾਰਿਆਂ ਨਾਲ ਮੁਲਾਕਾਤ ਪਰਸੋਂ ਵੀ ਹੋਈ ਆ। ਸਾਡੇ ਪੱਤਰਕਾਰ ਵੀਰ ਹਰਪ੍ਰੀਤ ਸਿੰਘ ਹੁਣੀ ਵੀ ਉਸ ਦਿਨ ਵੀ ਹਾਜ਼ਰ ਸੀਗੇ ਇੱਥੇ। ਸਾਰੇ ਬਹੁਤ ਅੱਛੇ ਪ੍ਰਬੰਧ ਚੱਲ ਰਹੇ, ਪਾਣੀ ਦਾ, ਲਾਈਟਾਂ ਦਾ। ਅੱਜ ਸਾਡੀ ਅਸੀਂ ਪਹਿਲੀ ਬੋਲੀ ਵੀ ਕਰਾ ਰਹੇ ਹਾਂ। ਅੱਜ ਐਸਡੀਐਮ ਸਾਡਾ ਪ੍ਰਸ਼ਾਸਨ ਵੀ ਸਾਰਾ ਇੱਥੇ ਆ ਰਿਹਾ। ਸਾਡੇ ਸਭ ਤੋਂ ਵੱਡੀ ਗੱਲ ਆ ਜੀ, ਪੁਲਿਸ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ। ਅਸੀਂ 2-2 ਮੁਲਾਜ਼ਮ ਹਰੇਕ ਪਾਸ ਚੈੱਕ ਕਰਨ ਨੂੰ ਗੇਟ ਤੇ ਲਾਏ ਹੋਇਆ। ਉਹਨਾਂ ਦੇ ਨਾਲ ਸਾਡੇ ਪਟਵਾਰੀ ਸਾਹਿਬ, ਇੱਕ ਪਟਵਾਰੀ, ਇੱਕ ਸਾਡੇ ਸੈਕਟਰੀ ਨਾਲ ਉਹਨਾਂ ਦੇ ਅਟੈਚ ਕੀਤੇ ਹੋ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਪਾਸ ਦਿਖਾ ਕੇ ਤੁਸੀਂ ਆਪਣੀ ਟਰਾਲੀ ਅੰਦਰ ਲੈ ਕੇ ਆਓ ਤਾਂ ਕੋਈ ਜ਼ਿਮੀਂਦਾਰ ਨੂੰ ਇੱਦਾਂ ਨਾ ਹੋਵੇ ਵੀ ਖੱਜਲ ਖਰਾਬ ਹੋਣਾ ਪਵੇ। ਨਾਲ ਉਹਦੀ ਸਫਾਈ ਕਰਕੇ ਨਾਲ ਉਹਨਾਂ ਦੀ ਭਰਾਈ ਹੋਈ ਜਾਵੇ। ਸਰ, ਜਿਹੜੇ ਆੜ੍ਹਤੀ ਪਾਸ ਦੀ ਮੰਗ ਕਰ ਰਹੇ ਕਿ ਪਾਸ ਨਹੀਂ ਪੂਰੇ ਮਿਲ ਰਹੇ ਹੈਗੇ, ਕਿ ਉਹਨਾਂ ਦਾ ਕੀ ਹੱਲ ਹੈ? ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਪਾਸਾਂ ਦੀ ਕੁਛ ਸਮੱਸਿਆ ਕੱਲ੍ਹ ਤੋਂ ਹੋ ਰਹੀ ਸੀ, ਅੱਜ ਸਾਡੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਆ। ਤੇ ਡੀਐਮਓ ਸਾਹਿਬ ਵੀ ਸਪੈਸ਼ਲ ਇਸੇ ਕਰਕੇ ਆਏ ਆ ਅੱਜ ਵੀ ਜਿਹੜੇ ਪਾਸ ਆ, ਅਸੀਂ 5 ਪਹਿਲਾਂ ਮੰਡੀਆਂ ਦੇ ਕੀਤੇ ਸੀਗੇ ਜੀ। ਹੁਣ ਕੋਈ ਭੋਗਪੁਰ ਸਾਡੇ ਮੰਡੀ ਆ, ਕੱਲ੍ਹ ਉੱਥੇ 190 ਨਿਕਲਿਆ ਆ ਜੀ। ਸਿਸਟਮ ਜਿੱਦਾਂ ਦਾ ਚੱਕ ਰਿਹਾ, ਫੀਡ ਹੋਇਆ, ਉਹਦੇ ਅਕੋਰਡਿੰਗ ਪਾਸ ਨਿਕਲ ਰਹੇ। ਅੱਜ ਪਾਸ ਵੱਧ ਗਏ ਆ, ਕੱਲ੍ਹ ਨੂੰ ਹੋਰ ਵੱਧ ਜਾਣਗੇ ਜੀ। ਤੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਈ ਜ਼ਿਮੀਂਦਾਰਾਂ ਨੂੰ ਸਮੱਸਿਆ ਨਹੀਂ ਆਏਗੀ, ਨਾ ਆੜ੍ਹਤੀਆਂ ਭਰਾਵਾਂ ਨੂੰ ਕੋਈ ਸਮੱਸਿਆ ਆਏਗੀ। ਜਿਸ ਤਰ੍ਹਾਂ ਸਰਕਾਰ ਨੇ ਹਦਾਇਤਾਂ ਦਿੱਤੀਆਂ ਕਿ ਆਪਸੀ ਡਿਸਟੈਂਸ ਵੀ ਰੱਖਣਾ, ਪਰ ਅਜਿਹਾ ਹਾਲੇ ਅੱਜ ਪਹਿਲੇ ਦਿਨ ਇੱਥੇ ਕੁਝ ਦੇਖਣ ਨੂੰ ਮਿਲ ਨਹੀਂ ਰਿਹਾ ਮੰਡੀ ਦੇ ਵਿੱਚ। ਸਰ ਦੇਖੋ, ਅੱਜ ਪਹਿਲਾ ਦਿਨ ਆ ਜੀ, ਥੋੜ੍ਹਾ ਲੋਕ ਆ ਰਹੇ ਆ, ਦੇਖ ਰਹੇ ਆ, ਥੋੜ੍ਹਾ ਜਿਹਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਗੱਲ ਦੀ ਵੀ ਪਾਸਾਂ ਨੂੰ ਆੜ੍ਹਤੀਏ ਸਾਰੇ ਵੀਰ ਮੰਗ ਕਰ ਰਹੇ ਵੀ ਸਾਰਿਆਂ ਨੂੰ ਆਪੋ ਆਪਣੇ ਪਾਸ ਮਿਲ ਜਾਣ, ਆਪਾਂ ਆਪਣੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਨਾਲ ਲੈ ਕੇ ਆਈਏ ਤਾਂ ਆਪਣਾ ਕੰਮ ਕਰਵਾਈ ਜਾਈਏ। ਲੇਕਿਨ ਜੀ ਥੋੜ੍ਹਾ ਆੜ੍ਹਤੀਆਂ ਵੀਰਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਆ। ਉਹ ਜਦੋਂ ਉਹਨਾਂ ਦੇ ਫੜ ਤੇ ਜਿਹੜੇ ਬੰਦੇ ਲੈ ਕੇ ਆ ਰਹੇ ਫਸਲ ਜਾਂ ਉਹਨਾਂ ਦੇ ਨਾਲ ਬੰਦੇ ਆ ਰਹੇ ਆ, ਉਹਨਾਂ ਨੂੰ ਥੋੜ੍ਹਾ ਅਵੇਅਰ ਕਰਨ, ਦੱਸਣ ਵੀ ਤੁਸੀਂ ਦੂਰੀ ਬਣਾ ਕੇ ਰੱਖੋ, ਹੱਥ ਧੋਵੋ, ਸਫਾਈ ਕਰੋ। ਬਾਕੀ ਸਾਡੇ ਵੱਲੋਂ ਸਾਰੀ ਇੰਤਜ਼ਾਮ ਬਾਰਦਾਨੇ ਦਾ ਪੂਰਾ ਡਿਮਾਂਡ ਜਦੋਂ ਔਨ ਡਿਮਾਂਡ ਜਿੱਥੇ ਆੜ੍ਹਤੀਏ ਭਾਈਚਾਰੇ ਦੱਸੀ ਜਾਣਗੇ। ਸਰਕਾਰ ਦੇ ਆਦੇਸ਼ਾਂ ਦੇ ਤਹਿਤ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੈਂਕ ਹਫ਼ਤੇ ਵਿੱਚ 2 ਦਿਨ ਖੁੱਲ੍ਹੇ ਜਾਣਗੇ, ਪਰ ਬੈਂਕਾਂ ਦੇ ਬਾਹਰ ਆਮ ਜਨਤਾ ਪਰੇਸ਼ਾਨ ਵਿਖਾਈ ਦੇ ਰਹੀ ਹੈ। ਬੈਂਕ ਦੇ ਅੰਦਰ ਆਪਣਾ ਹੀ ਪੈਸਾ ਜਮ੍ਹਾਂ ਕਰਵਾਉਣ ਦੇ ਬਾਵਜੂਦ ਨਿਕਲਵਾਉਣ ਲਈ ਜਨਤਾ ਨੂੰ ਕਾਫੀ ਮੁਸ਼ਕਲ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਦੇ ਰਾਜਿੰਦਰ ਹਸਪਤਾਲ ਦੇ ਕੋਲ SBI ਬ੍ਰਾਂਚ ਦੇ ਬਾਹਰ ਖੜੇ ਲੋਕ ਬੈਂਕ ਦੇ ਖਿਲਾਫ ਆਪਣਾ ਰੋਸ ਵਿਅਕਤ ਕਰਦੇ ਨਜ਼ਰ ਆਏ ਹਨ।
ਕਿੰਨੇ ਪੈਸੇ ਲੈਣ ਆਏ ਹੋ ਇੱਥੇ? ਅਸੀਂ 4000 ਰੁਪਏ ਨਿਕਲ ਆਏ। ਕੀ ਕਹਿੰਦੇ ਬੈਂਕ ਮੈਨੇਜਰ ਵੱਲੋਂ? ਕਹਿੰਦੇ ਅਸੀਂ ਕੁਝ ਨਹੀਂ ਕਰ ਰਹੇ, ਮਸ਼ੀਨਾਂ ਸਾਡੀਆਂ ਬੰਦ ਪਈਆਂ ਨੇ, ਮਸ਼ੀਨਾਂ ਖਰਾਬ ਨੇ, ਕੁਝ ਨਹੀਂ ਚੱਲ ਰਹੀਆਂ ਹਲੇ, ਤੇ ਹਲੇ ਕੋਈ ਪੈਸਾ ਨਹੀਂ ਮਿਲ ਸਕਦਾ ਤੁਹਾਨੂੰ। ਕਹਿੰਦੇ ਤੁਸੀਂ ਫੇਰ ਆਇਓ, ਹਲੇ ਤੁਸੀਂ ਜਾਓ। ਇਹਨਾਂ ਨੇ ਬੈਂਕ ਵੱਲੋਂ ਨੋਟਿਸ ਲਿਖਿਆ ਗਿਆ ਕਿ ਅੱਜ ਪੈਸੇ ਨਹੀਂ ਮਿਲਣਗੇ? ਕੋਈ ਨੋਟਿਸ ਨਹੀਂ ਲਿਖਿਆ ਹੋਇਆ। ਅਸੀਂ ਕਿਹਾ ਤੁਸੀਂ ਲਿਖਿਆ ਹੋਇਆ SBI ਇਹ ਬੈਂਕ 13-14 ਤਰੀਕ ਨੂੰ ਖੁੱਲੇਗਾ, ਖੁੱਲਿਆ ਫਿਰ ਕਿਉਂ ਨਹੀਂ ਦੇ ਰਹੇ ਹੋ ਤੁਸੀਂ ਸਾਨੂੰ ਪੈਸੇ? ਉਦੋਂ ਆਏ ਆ, ਉਦੋਂ ਵੀ ਨਹੀਂ ਦਿੱਤੇ, ਹੁਣ ਆਏ ਆ ਉਦੋਂ। ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗਾਂਗੇ, ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਸਪਲਾਈ ਘਰ ਮਿਲ ਰਹੀ ਹੈ, ਦੁੱਧ ਮਿਲ ਰਿਹਾ, ਰਾਸ਼ਨ ਮਿਲ ਰਿਹਾ, ਪਰ ਉਹਦੇ ਪੈਸੇ ਕੌਣ ਦੇਗਾ? ਗਵਰਨਮੈਂਟ ਦੇਗੀ ਸਾਨੂੰ ਕੋਈ? ਉਹ ਤਾਂ ਅਸੀਂ ਆਪਣੀ ਜੇਬ 'ਚ ਹੀ ਦੇਣੇ ਨਾ। ਹੁਣ ਰਾਸ਼ਨ ਵਾਲਾ ਸਾਡੇ ਕੋਲ ਆਇਆ ਸਵੇਰੇ, ਪੈਸੇ ਦਿਓ, ਸਾਨੇ ਵੀ ਤਾਂ ਕਹਿੰਦਾ ਅੱਗੋਂ ਸਮਾਨ ਲਿਆਣਾ ਹੈ। ਦੁੱਧ ਵਾਲਾ ਕਹਿੰਦਾ ਅਸੀਂ ਵੀ ਤਾਂ ਬੱਚੇ ਪਾਲਨੇ ਆ। ਸਾਡਾ ਮਾਮਲਾ ਇਹ ਹੈ ਜੀ, ਮੈਂ 9:30 ਵਜੇ ਜਿਹੜੀ ਇਹ ਆਫਿਸਰ ਕਲੋਨੀ 'ਚ ਇਹਨਾਂ ਨੇ COVID-19 ਕਰਕੇ ਬ੍ਰਾਂਚ ਰਜਿੰਦਰਾ ਹਸਪਤਾਲ ਦੀ ਸ਼ਿਫਟ ਕੀਤੀ ਸੀ। ਉੱਥੇ ਜਾ ਕੇ ਉਹਨਾਂ ਨੂੰ ਮੈਂ 9:30 ਵਜੇ ਲਾਈਨ 'ਚ ਲੱਗ ਗਿਆ। 10 ਵਜੇ ਬ੍ਰਾਂਚ ਖੁੱਲੀ, 10:30 ਵਜੇ ਉਹ ਕਹਿੰਦੇ ਜੀ ਤੁਸੀਂ ਦੁਬਾਰਾ ਫਿਰ ਰਜਿੰਦਰਾ ਹਸਪੀਟਲ ਪਟਿਆਲਾ 'ਚ ਜਾਓ, ਤੁਹਾਡੀ ਬ੍ਰਾਂਚ ਉੱਥੇ ਹੀ ਟ੍ਰਾਂਜੈਕਸ਼ਨ ਕਰ ਰਹੀ ਹੈ। ਮੈਂ 10:15 10:30 ਇੱਥੇ ਆ ਗਿਆ। 10:30 ਤੋਂ ਹੁਣ ਟਾਈਮ 11:30 ਹੋਏ ਨੇ। ਇਹਨਾਂ ਦਾ ਕੋਈ ਵੀ ਬੰਦਾ ਅੰਦਰ ਲੌਕ ਲਾਇਆ ਹੋਇਆ ਬੈਠੇ ਨੇ। ਮੈਂ ਲੌਕ ਖੜਕਾਇਆ, ਲੌਕ ਖੜਕਾ ਕੇ ਕੋਈ ਰਿਸਪੌਂਸੀਬਲ ਪਰਸਨ ਨੇ ਲੌਕ ਨਹੀਂ ਖੋਲ੍ਹਿਆ। ਸਿਰਫ ਇਹਨਾਂ ਦਾ ਜਿਹੜਾ ਗਨਮੈਨ ਆ ਉਹ ਆਇਆ, ਮੈਨੂੰ ਕਹਿੰਦਾ ਹਾਂਜੀ ਦੱਸੋ। ਮੈਂ ਕਿਹਾ ਭਾਈ ਪੈਸੇ ਲੈਣੇ ਨੇ। ਮੈਂ ਇੱਕ ਤਾਂ ਰਿਟਾਇਰੀ ਹੈ, ਦੂਜਾ ਮੈਂ ਹਾਰਟ ਦਾ ਪੇਸ਼ੈਂਟ ਹੈ, ਤੀਜਾ ਮੇਰੇ ਕੋਲੇ ਕੋਈ ਕਰਫਿਊ ਪਾਸ ਨਹੀਂ। ਮੈਂ ਪਹਿਲਾਂ ਉਹ ਸਾਈ ਮਾਰਕੀਟ ਗਿਆ, ਫਿਰ ਮੈਂ ਇੱਥੇ ਆਇਆ। ਇੱਥੇ ਤੁਸੀਂ ਹੁਣ 11:30 ਵਜ ਕੇ ਕਹਿ ਰਹੇ ਹੋ ਅਸੀਂ ਪੇਮੈਂਟ ਨਹੀਂ ਕਰ ਰਹੇ, DC ਦੇ ਸਾਨੂੰ ਆਰਡਰ ਨਹੀਂ। ਆਮ ਬੰਦਾ DC ਕੋਲੇ ਕਿਵੇਂ ਅਪਰੋਚ ਕਰੂਗਾ? ਇਹਨਾਂ ਨੇ ਬੈਂਕ ਵੱਲੋਂ ਲਿਖ ਕੇ ਦਿੱਤਾ ਗਿਆ? ਵਜੋਂ ਕੋਈ ਲਿਖ, ਮੈਂ ਇਹਨਾਂ ਨੂੰ ਕਿਹਾ ਬਾਹਰ ਲਿਖ ਕੇ ਲਾਓ। DC ਦਾ ਅਗਰ ਕੋਈ ਆਰਡਰ ਹੈ ਤਾਂ ਤੁਸੀਂ ਲਿਖ ਕੇ ਲਾਓ, ਪਰ ਇਹਨਾਂ ਨੇ ਕੋਈ ਸੁਣੀ ਨਹੀਂ। ਫਿਰ ਇਹਨਾਂ ਨੇ ਬੈਂਕ ਬੰਦ ਕਰ ਲਿਆ। ਕਹਿੰਦੇ ਜੀ ਪਤਾ ਨਹੀਂ ਸਾਡਾ ਸਿਸਟਮ ਨਹੀਂ ਚੱਲ ਰਿਹਾ। ਤੁਸੀਂ ਸਾਈ ਮਾਰਕੀਟ ਗਏ, ਉਹਨਾਂ ਦਾ ਕੀ ਕਹਿਣਾ ਸੀ? ਉਹਨਾਂ ਨੇ ਕਹਿੰਦਾ ਸੀ ਤੁਹਾਡੀ ਜਿਹੜੀ ਬ੍ਰਾਂਚ ਆ ਉਹ ਇੱਥੋਂ ਚਲੀ ਗਈ ਹੈ, ਉਹ ਵਰਕਿੰਗ ਉੱਥੇ ਰਜਿੰਦਰਾ ਹਸਪਤਾਲ ਦੀ ਬ੍ਰਾਂਚ ਕਰ ਰਹੀ ਹੈ, ਉੱਥੇ ਟ੍ਰਾਂਜੈਕਸ਼ਨ ਹੋਏਗੀ। ਪਿਛਲੇ ਕਈ ਦਿਨਾਂ ਤੋਂ ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਕੱਠੇ ਨਾ ਹੋਣ ਅਤੇ ਆਪੋ ਆਪਣੇ ਘਰਾਂ ਵਿੱਚ ਹੀ ਰਹਿਣ। ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਪੈਨਸ਼ਨਾਂ ਬੈਂਕ ਵਿੱਚ ਹੀ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਅਤੇ ਤਰਨਤਾਰਨ 'ਚ ਹੁਣ ਲੋਕ ਆਪੋ ਆਪਣੀਆਂ ਪੈਨਸ਼ਨਾਂ ਲੈਣ ਲਈ ਲੰਮੀਆਂ ਲਾਈਨਾਂ ਵਿੱਚ ਲੱਗੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਅਗਲੀ ਪੈਨਸ਼ਨ ਲਈ ਦੁਬਾਰਾ ਬੈਂਕ ਆਇਆ ਜਾ ਰਿਹਾ ਹੈ, ਜਦਕਿ ਹਜੇ ਉਹਨਾਂ ਦੀ ਅਗਲੀ ਪੈਨਸ਼ਨ ਬੈਂਕ 'ਚ ਨਹੀਂ ਆਈ ਹੈ। ਪੈਨਸ਼ਨ ਲੈਣਾ ਹੈ ਜੀ ਆਰਮੀ ਦੀ, 2 ਮਹੀਨੇ ਬਾਅਦ ਆਏ ਆ। ਪਹਿਲਾਂ ਅਸੀਂ 15 ਨੂੰ ਲੈ ਜਾਾਂਗੇ, ਹੁਣ ਆਉਂਦੇ ਨਹੀਂ, ਅੰਦਰ ਤੁਰੇ ਜਾਂਦੇ ਸਾਰੇ ਜਾਣੇ, ਜਿਹੜਾ ਕੋਈ ਪੁੱਛ ਕੇ ਆ ਕੇ ਪੁੱਛ ਲਾ ਕੇ ਲਈ ਜਾਂਦਾ। ਕਿੰਨਾ ਚਿਰ ਤੁਹਾਨੂੰ ਲੈਣ ਚੱਲ ਗਏ? ਅਸੀਂ 7 ਵਜੇ ਦੇ ਆਏ ਆ। ਤੇ ਕੀ ਕਹਿੰਦੇ ਆ? ਕੁਛ ਨਹੀਂ, ਕੀ ਕਹਿਣਾ, 5-10 ਬੰਦੇ ਕੱਢੇ ਅਜੇ ਤੱਕ, ਉਦੋਂ ਬਾਅਦ ਹੀ ਲੈਣ ਹੀ ਨਹੀਂ ਆਈ। ਸਾਡੇ ਇੱਥੇ ਹਾਂਜੀ, ਮੈਂ ਨਾ ਆਪਦੀ ਲਾਈਨ 'ਚ ਖਲੋਤੇ ਨੂੰ ਘਰ ਫੌਜ ਦੀ ਲੈਣ ਜੀ। ਅੱਛਾ, ਕੀ ਕਹਿੰਦੇ ਆ? ਕਹਿੰਦੇ ਆ ਜੀ ਮੈਂ ਆਇਆ 7 ਵਜੇ ਦਾ ਆਇਆ ਤੇ 12:30 ਹੋ ਗਏ ਜੀ। ਕੀ ਨਾ ਫੌਜ ਸਾਹਿਬ ਤੁਹਾਡਾ? ਮੇਰਾ ਨਾਮ ਰਘਬੀਰ ਸਿੰਘ, ਪਿੰਡ ਪਿੱਦੀ। ਇਹ ਕੀ ਕਹਿ ਰਹੇ ਤੁਹਾਨੂੰ ਅੱਜ? ਕਹਿ ਰਹੇ ਲੰਮੇ ਨਹੀਂ ਲਾਉਂਦੇ। ਮੈਂ ਕਹਿ ਕੀ ਸਾਨੂੰ ਮੈਨੇਜਰ ਸਾਹਿਬ ਕਹਿੰਦਾ ਮੈਂ ਸਵੇਰ ਦੀ ਵੰਡਤੀ 250-300 ਬੰਦੇ ਨੂੰ ਪੈਨਸ਼ਨ। ਪੁੱਛੋ ਜੀ, ਮੈਂ ਮੂੰਹ ਦੇ ਲਿਆਓ ਸਾਡਾ ਬਾਹਰੋਂ ਨੂੰ ਇੱਥੇ ਖੜੇ ਬਾਹਰ ਆ, ਮੂੰਹ ਦੇ ਲਿਆਓ। ਮੈਂ ਮਗਰ ਚੱਲਿਆ ਜੇ ਫੇਰ ਚੱਲ ਜਾਂਦੇ ਜੀ। ਭਾਜੀ ਮੇਰਾ ਇੱਥੇ ਚੈੱਕ ਬਾਉਂਸ ਹੋਇਆ 20 ਤਰੀਕ ਦਾ, 20 ਮਾਰਚ ਦਾ। ਮੈਂ ਤੀਸਰਾ ਚੱਕਰ ਅੱਜ ਮਾਰ ਰਿਹਾ, ਮੈਨੂੰ ਅੱਜ ਚੈੱਕ ਬਾਉਂਸ ਮਿਲਿਆ। ਤੇ ਕੀ ਕਹਿੰਦੇ ਕੀ ਆ? ਕਹਿੰਦੇ ਮੈਡਮ ਮੇਰੇ ਕਹਿੰਦੇ ਮੈਂ ਅੱਜ ਨੰਬਰ ਨਹੀਂ ਆ ਰਿਹਾ, 12 ਨੰਬਰ ਹਟ ਕੱਢ ਦੋ ਬਾਹਰ। ਇਹਦੇ ਧਿਆਨ ਦਿਓ ਜੀ। 500 ਰੁਪਏ ਵਾਲੇ ਸਾਰੇ ਹੈਗੇ ਨੇ। ਹੁਣ ਅਸੀਂ ਜਿੰਨੇ 70 ਬੰਦਿਆਂ ਨੂੰ ਵੰਡਦੀ ਸਵੇਰ ਦੀ ਪੈਨਸ਼ਨ 70-80। ਅੱਛਾ ਜੀ। ਬਾਕੀ ਹੁਣ ਜਿਹੜੇ ਨੂੰ ਟੋਕਨ ਦੇ ਰਹੇ ਆ ਵੀ ਕੱਲ ਸਵੇਰੇ ਆਓ ਤੇ ਜਿਹਦੇ ਕੋਲ ਟੋਕਨ ਹੋਏਗਾ ਕੱਲ ਦੀ ਡੇਟ ਦਾ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਣਗੇ ਪਹਿਲ ਦੇ ਆਧਾਰ 'ਤੇ, ਕਿਉਂਕਿ ਇਹ ਲੋਕ ਪੈਨਸ਼ਨ ਪਹਿਲਾਂ ਲੈ ਵੀ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਆ ਰਹੇ ਨੇ ਵੀ ਸ਼ਾਇਦ ਦੁਬਾਰਾ ਫੇਰ ਪੈਨਸ਼ਨ ਆਈ ਹੈ। ਉਹ ਪਤਾ ਕਰਨ ਵਾਸਤੇ ਹੀ ਮਤਲਬ 9 ਤਰੀਕ ਨੂੰ ਪਹਿਲਾਂ ਲੈ ਕੇ ਗਏ ਨੇ। ਉਸ ਤੋਂ ਬਾਅਦ ਸੋਚਦੇ ਵੀ ਸ਼ਾਇਦ 500 ਫਿਰ ਮੋਦੀ ਵਾਲਾ ਆਇਆ ਹੈ, ਉਸੇ ਚੱਕਰ 'ਚ ਆ ਕੇ ਫਿਰ ਪੁੱਛਣ ਦੇ ਚੱਕਰ 'ਚ ਵੀ ਅਸੀਂ ਜਾ ਕੇ ਲਈ ਤੇ ਫਿਰ ਸ਼ਾਇਦ ਉਹ ਪੈਸੇ ਆ ਗਏ ਨੇ। ਇਸ ਕਰਕੇ ਲੋਕ ਬਾਰ-ਬਾਰ ਚੱਕਰ ਮਾਰ ਰਹੇ ਨੇ। ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਵੀ ਇੱਕੋ ਵਾਰੀ ਅਜੇ ਪੈਸੇ ਆਏ ਨੇ ਮੋਦੀ ਸਾਹਿਬ ਵਾਲੇ, ਦੂਸਰੀ ਵਾਰੀ ਨਹੀਂ ਆਏ, ਪਰ ਉਹਨਾਂ ਦੀ ਤਸੱਲੀ ਹੁੰਦੀ ਨਹੀਂ। ਹੁਣ ਇਸ ਕਰਕੇ ਇਹਨਾਂ ਨੂੰ ਟੋਕਨ ਵੰਡ ਦਿੱਤੇ ਨੇ ਤੇ ਸਵੇਰੇ ਆਣਗੇ ਤੇ ਇਹਨਾਂ ਦਾ ਮਸਲਾ ਹੱਲ ਕਰ ਦਾਂਗੇ। ਆ 150-200 ਬੰਦੇ ਜ਼ਿਆਦਾ ਜਨਾਨੀਆਂ ਧੁੱਪੇ ਖਲੋਤੇ, ਕੋਈ ਰੱਬ ਨਾ ਕਰੇ ਗੱਲਬਾਤ ਕੋਈ ਨਹੀਂ ਮੇਰਾ ਰਹਿੰਦਾ। ਗੱਲ ਇਸ ਤਰ੍ਹਾਂ ਜੀ, ਹੁਣ ਇਹ 'ਚ ਮਤਲਬ ਕੁਦਰਤੀ ਗੱਲ ਹੈ ਵੀ ਗਰਮੀਆਂ ਦਾ ਮੌਸਮ ਹੈਗਾ। ਹੁਣ ਟੈਂਟ ਲਵਾਉਣੇ, ਦੋਵਾਂ ਪਾਸੇ ਟੈਂਟ ਲੱਗਣਗੇ, ਇਸ ਪਾਸੇ ਵੀ ਲੱਗਣੇ ਚਾਹੀਦੇ ਨੇ, ਇਸ ਪਾਸੇ ਵੀ ਲੱਗਣੇ ਚਾਹੀਦੇ ਨੇ। ਜਿਹੜਾ ਤੁਸੀਂ ਕਹਿ ਰਹੇ ਜੇ ਵੀ ਪੈਸੇ ਇਹ ਲੈ ਚੁੱਕੇ ਆ, ਹਾਂ
ਤੇ ਬਾਹਰ ਕੋਈ ਲਿਖ ਕੇ ਲਾ ਦੇਣਾ ਵੀ ਤੁਹਾਡੇ ਪੈਸੇ ਨਹੀਂ ਆਏ, ਲੋਕੀ ਫੋਰਮ ਉਡਾ ਰਹੇ ਹੋ ਤੁਸੀਂ ਤਾਂ। ਜਿਹੜੇ ਲੋਕੀ ਆਲਰੇਡੀ ਪੈਸੇ ਲੈ ਗਏ ਨੇ 9 ਤਰੀਕ ਨੂੰ ਆਲਰੇਡੀ 500 ਲੈ ਗਏ ਨੇ, ਉਹ ਸਵੇਰ ਦਾ ਹੀ ਸਮਝਾਉਣ ਵੀ ਰਹੇ ਆ ਪਰ ਲੇਕਿਨ ਮੰਨ ਨਹੀਂ ਰਹੇ। ਉਹ ਕਹਿੰਦੇ ਜਿੰਨਾ ਚਿਰ ਕਾਪੀ ਦੀ ਐਂਟਰੀ ਨਾ ਕਰਕੇ ਦੋਗੇ ਸਾਨੂੰ ਨਹੀਂ ਪਤਾ ਚੱਲਦਾ ਇਸ ਤਰ੍ਹਾਂ। ਤੇ ਇਸ ਕਰਕੇ ਲੋਕ ਜ਼ਿਆਦਾ ਲੱਗੇ ਨੇ। ਕੋਸ਼ਿਸ਼ ਸਾਡੀ ਪੂਰੀ ਹੈ ਵੀ ਇਹਨੂੰ, ਅਸੀਂ ਵੀ ਹਿਊਮਨ ਬੀਇੰਗ ਆ, ਅਸੀਂ ਵੀ ਚਾਹੁੰਦੇ ਵੀ ਧੁੱਪੇ ਬੰਦਾ ਨਾ ਖੜਾ ਰਵੇ, ਪਰ ਉਹ ਮਜਬੂਰੀ ਹੈ ਇਸ ਵੇਲੇ ਸਾਰਿਆਂ ਦੀ। ਤਰਨਤਾਰਨ ਕੋਵਿਡ-19 ਕਰੋਨਾ ਵਾਇਰਸ ਦੇ ਚੱਲਦਿਆਂ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਸਿਵਲ ਹਸਪਤਾਲ ਤਰਨਤਾਰਨ ਲਈ ਆਪਣੇ ਇਖਲਾਕੀ ਫੰਡ ਵਿੱਚੋਂ ਇੱਕ ਵੈਂਟੀਲੇਟਰ ਦਿੱਤਾ ਤਾਂ ਜੋ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਜੇਕਰ ਕੋਈ ਕਰੋਨਾ ਬਿਮਾਰੀ ਦਾ ਮਰੀਜ਼ ਆਉਂਦਾ ਹੈ ਤਾਂ ਉਸ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਦੱਸ ਦਈਏ ਕਿ ਇਸ ਹਸਪਤਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਹੋਵੇ, ਜੋ ਅੱਜ ਪ੍ਰਸ਼ਾਸਨ ਦੀ ਮਿਹਨਤ ਸਦਕਾ ਪੂਰੀ ਹੋ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ, ਸੁਖਪਾਲ ਸਿੰਘ ਭੁੱਲਰ, ਵਿਧਾਇਕ ਖੇਮਕਰਨ ਵੀ ਹਾਜ਼ਰ ਸਨ। ਇਸ ਮੌਕੇ ਡਿੰਪਾ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਅੱਜ ਦੇ ਸਾਡੇ ਦੋ ਮਕਸਦ ਸੀ, ਇੱਕ ਤੇ ਡੀਸੀ ਸਾਹਿਬ ਦੇ ਨਾਲ ਰਲ ਕੇ ਜਿਹੜੀ ਸਾਡੀ ਕਰੋਨਾ ਨੂੰ ਲੜਨ ਦੀ ਤਿਆਰੀ ਆ ਉਸ ਬਾਰੇ ਸਥਿਤੀ ਦਾ ਜਿਹੜਾ ਵਾ ਚੰਗੀ ਤਰ੍ਹਾਂ ਇੰਪਲੀਮੈਂਟੇਸ਼ਨ ਹੋ ਜੇ। ਉਹ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਡੀਸੀ ਸਾਹਿਬ, ਹੈਲਥ ਵਰਕਰਸ, ਪੁਲਿਸ ਵੱਲੋਂ ਬਹੁਤ ਵਧੀਆ ਮਿਹਨਤ ਕਰਕੇ ਸਾਡਾ ਅੱਜ ਤਰਨਤਾਰਨ ਜ਼ਿਲ੍ਹਾ ਗ੍ਰੀਨ ਜ਼ੋਨ ਦੇ ਵਿੱਚ ਇੱਕ ਬਹੁਤ ਇੱਕ ਰਾਹਤ ਦੀ ਖਬਰ ਆ। ਹੁਣ ਤੱਕ 21 ਜਿਹੜੇ ਅਸੀਂ ਸੈਂਪਲ ਜਿਹੜੇ ਆ ਟੈਸਟ ਲਈ ਭੇਜੇ ਗਏ, ਜਿਨ੍ਹਾਂ ਚੋਂ 12 ਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਈ ਆ, ਬਾਕੀ ਦੀ ਅਵੇਟਡ ਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਨੈਗੇਟਿਵ ਆਏਗੀ ਤੇ ਪਰਮਾਤਮਾ ਦੀ ਕਿਰਪਾ ਹੋਏਗੀ। ਸਾਡੇ ਜ਼ਿਲ੍ਹੇ ਦਾ ਡਿਸਟ੍ਰਿਕਟ ਹਸਪੀਟਲ ਆ, ਡੀਸੀ ਸਾਹਿਬ ਤੇ ਅਸੀਂ ਤੇ ਨਾਲ ਸਲਾਹ ਕੀਤੀ ਸੁਖਪਾਲ ਜੀ ਨੇ ਕਿ ਇੱਥੇ ਇੱਕ ਵੀ ਵੈਂਟੀਲੇਟਰ ਹੈ ਨਹੀਂ, ਸੋ ਉਹ ਮੈਂ ਆਪਣੇ ਵੱਲੋਂ ਜਿਹੜਾ ਵਾ ਆਪਣੇ ਪਰਸਨਲ ਫੰਡ 'ਚੋਂ ਵੈਂਟੀਲੇਟਰ ਅੱਜ ਇਹਨਾਂ ਨੂੰ ਭੇਟਾ ਕੀਤਾ ਤੇ ਮੈਂ ਸਮਝਦਾ ਕਿ ਪਰਮਾਤਮਾ ਕਿਰਪਾ ਕਰਨ ਸਾਡੇ ਤੇ ਲੋਕਾਂ ਦੀ ਜਿਹੜੀ ਤੰਦਰੁਸਤੀ ਹੋਵੇ। ਐਮਪੀ ਸਾਹਿਬ ਸਾਡੇ ਜਿਹੜੇ ਖਡੂਰ ਸਾਹਿਬ ਵਾਲੇ ਨੇ ਤਰਨਤਾਰਨ ਦੇ, ਜਸਬੀਰ ਸਿੰਘ ਡਿੰਪਾ, ਤੇ ਉਹਨਾਂ ਦੇ ਨਾਲ ਐਮਐਲਏ ਅਗਨੀਹੋਤਰੀ ਜੀ ਤੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਜੀ, ਅੱਜ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ। ਡਿੰਪਾ ਸਾਹਿਬ ਜੀ ਨੇ ਆਪਣੇ ਵੱਲੋਂ ਡੋਨੇਟ ਕੀਤਾ ਇੱਕ ਵੈਂਟੀਲੇਟਰ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਸਰਕਾਰ ਵੱਲੋਂ ਡਿਸਟ੍ਰਿਕਟ ਤਰਨਤਾਰਨ ਨੂੰ ਤਕਰੀਬਨ 10,000 ਪੀਪੀ ਕਿਟਸ ਵੀ ਮਿਲ ਰਹੀਆਂ ਨੇ ਔਰ ਉਹਨਾਂ ਨੇ ਉੱਥੋਂ ਸੈਂਕਸ਼ਨ ਕਰਵਾਤੀਆਂ ਤੇ ਬਹੁਤ ਅੱਛੀ ਗੱਲ ਹੈ, ਕਿਉਂਕਿ ਪੀਪੀ ਕਿਟਸ ਜਿਹੜੀਆਂ ਨੇ ਇੱਕ ਤਰ੍ਹਾਂ ਦੀ ਫਰੰਟ ਫਾਈਟਰ, ਲਾਈਨ ਫਾਈਟਰਸ ਵਾਸਤੇ ਨਾ ਜ਼ਰੂਰੀ ਹੈਗੇ ਆ ਤੇ ਉਹਦੇ ਨਾਲ ਇਹ ਵੀ ਸਾਡੇ ਜਿੰਨੇ ਵੀ EMPLOYEES ਨੇ ਉਹਨਾਂ ਦਾ ਹੌਸਲਾ ਵੀ ਵਧੇਗਾ ਤੇ ਜਿਉਂ-ਜਿਉਂ ਸਾਡੇ ਪੋਲੀਟੀਸ਼ੀਅਨਸ ਵਗੈਰਾ ਸਿਰ ਤੇ ਹੱਥ ਰੱਖਣਗੇ ਉਹਨਾਂ ਦੇ ਤੇ ਫਰੰਟ ਲਾਈਨ ਵਰਕਰ ਸਾਡੇ ਨੇ ਹੋਰ ਅੱਛੇ ਤਰੀਕੇ ਨਾਲ ਕੰਮ ਕਰਨਗੇ। ਜਲੰਧਰ ਦੇ ਮਖਦੂਮਪੁਰਾ ਵਿੱਚ ਪੈਂਦੇ ਸ਼ਾਸਤਰੀ ਨਗਰ ਵਿੱਚ ਇੱਕ ਫਰਨੀਚਰ ਦੇ ਗੁਦਾਮ ਵਿੱਚ ਦੇਰ ਰਾਤ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਦੱਸਿਆ ਜਾਂਦਾ ਹੈ ਕਿ ਅੱਗ ਲੱਗਣ ਦੇ ਬਾਅਦ ਉੱਥੇ ਪਏ 2 ਸਿਲੰਡਰਾਂ ਵਿੱਚ ਧਮਾਕਾ ਹੋ ਗਿਆ ਤੇ ਉੱਥੇ ਖੜੀ ਇੱਕ ਫੋਰਚੂਨਰ ਕਾਰ ਜਲ ਕੇ ਰਾਖ ਹੋ ਗਈ। ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਜਲਦ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਇਲਾਕਾ ਵਿਧਾਇਕ ਰਾਜਿੰਦਰ ਬੇਰੀ ਵੀ ਮੌਕੇ ਉੱਤੇ ਪਹੁੰਚੇ। ਇਹ ਮਖਦੂਮਪੁਰਾ 10 ਵਜੇ ਸਾਨੂੰ ਪੂਰੇ ਫੋਨ ਆਇਆ ਕਿ ਮਖਦੂਮਪੁਰਾ ਲਵਲੀ ਸਟਰੀਟ ਦੇ ਨਜ਼ਦੀਕ ਇੱਕ ਨੰਦਾ ਸਟੀਲ ਕੋ ਨੂੰ ਫੈਕਟਰੀ ਨੂੰ ਅੱਗ ਲੱਗੀ ਆ। ਅਸੀਂ ਮੌਕੇ ਤੇ 4 ਗੱਡੀਆਂ ਜਿਹੜੀਆਂ ਮੌਕੇ ਤੇ ਰਵਾਨਾ ਉਸੇ ਵੇਲੇ ਕਰ ਦਿੱਤੀਆਂ। ਮੌਕੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਆ। ਇਹਨਾਂ ਦੇ ਅੰਦਰ ਗੈਸ ਦੇ ਸਿਲੰਡਰ ਪਏ ਸੀ ਜੋ ਕਿ ਫਟਣੇ ਸ਼ੁਰੂ ਹੋ ਗਏ। ਸਾਡੇ ਮੁਲਾਜ਼ਮ ਵੀ ਇੱਕਦਮ ਬਾਹਰ ਹੋ ਗਏ। ਉਹਨਾਂ ਦੇ ਫਟਣ ਤੋਂ ਬਾਅਦ ਅਸੀਂ ਅੱਗ ਤੇ ਕਾਬੂ ਪਾ ਲਿਆ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲਾਗੇ ਵੀ ਜਿਹੜੇ ਘਰ ਸੀ ਉਹ ਬਚਾ ਲਏ ਗਏ। ਲਾਗੇ ਫਰਨੀਚਰ ਦਾ ਸਟੋਰ ਸੀ, ਤਿਆਰ ਕੀਤਾ ਹੋਇਆ ਫਰਨੀਚਰ ਜਿਹੜਾ ਉਹ ਵੀ ਆਪਾਂ ਬਚਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਾ? ਨਹੀਂ, ਅੱਗ ਲੱਗਣ ਦੇ ਕਾਰਨ ਕੋਈ ਸਰ ਇਹ ਅੱਗ ਕਿੱਥੇ ਲੱਗੀ ਸੀਗੀ, ਮਤਲਬ ਕਿ ਕਿਹੜੀ ਜਗ੍ਹਾ ਸੀਗੀ ਇਹ ਸਰ ਮਖਦੂਮਪੁਰਾ ਸਟੀਲ ਕੋ ਨੰਦਾ ਸਟੀਲ ਕੋ ਇੰਡਸਟਰੀ ਚ ਆ ਗਈ। ਸਰ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਇਹਨਾਂ ਨੇ ਇੰਡਸਟਰੀ ਬਣਾਈ ਹੋਈ ਹੈ ਤੇ ਕੋਈ ਨਹੀਂ। ਇਹ ਸਰ ਅੱਜ ਤੋਂ ਨਹੀਂ, ਪੁਰਾਣੀ ਹੀ ਚੱਲੀ ਆ ਰਹੀ ਆ। ਸਰ ਕਹਿੰਦੇ ਕਿ ਜਦੋਂ ਗੱਡੀਆਂ ਆਈਆਂ ਦਮਕਲ ਵਿਭਾਗ ਦੀਆਂ ਉਦੋਂ ਉੱਪਰੋਂ ਦੀ ਕਿਸੇ ਨੇ ਇੱਟਾਂ ਵੀ ਮਾਰੀਆਂ? ਬਿਲਕੁਲ ਇੱਟਾਂ ਮਾਰੀਆਂ ਜੀ। ਉੱਪਰ ਕੋਈ ਭਈਏ ਸਨ, ਉਹਨਾਂ ਨੇ ਇੱਟਾਂ ਮਾਰੀਆਂ ਨੇ, ਉੱਤੋਂ ਉਹ ਟੀਨਾਂ ਸੁੱਟੀਆਂ, ਲੇਕਿਨ ਬਿਲਕੁਲ ਸਾਡਾ ਬਚਾਅ ਆ। ਸਾਡੇ ਮੁਲਾਜ਼ਮ ਦਾ ਕੋਈ ਨੁਕਸਾਨ ਨਹੀਂ। ਕੀ ਕਾਰਨ ਸੀ ਜਿਹੜਾ ਇੱਟਾਂ ਮਾਰੀਆਂ? ਮਹੱਲੇ ਦਾ ਕੋਈ ਨੁਕਸਾਨ ਨਹੀਂ। ਕੀ ਕਾਰਨ ਸੀ ਜਿਹੜੀਆਂ ਇੱਟਾਂ ਮਾਰੀਆਂ ਗਈਆਂ?
ਪਤਾ ਨਹੀਂ ਇਹ ਉਹਨਾਂ ਨੂੰ ਹੀ ਪਤਾ ਜੀ ਸਾਨੂੰ। ਕੰਪਲੇਂਟ ਕਰੋਗੇ ਇਹਨਾਂ ਤੇ ਕਾਰਵਾਈ ਕੀਤੀ ਬਿਲਕੁਲ ਜਾਊਗੀ? ਕਾਰਵਾਈ ਹੋਏਗੀ, ਜੋ ਵੀ ਬਣਦੀ ਪ੍ਰਸ਼ਾਸनिक ਕਾਰਵਾਈ ਆ ਉਹ ਕੀਤੀ ਜਾਵੇਗੀ। ਸਰ ਕਿੰਨੇ ਇਹ ਜੀ ਸ਼ਾਸਤਰੀ ਨਗਰ ਹੈ, ਨਕੋਦਰ ਰੋਡ ਦੇ ਉੱਤੇ ਨੰਦਾ ਗਨ ਹਾਊਸ ਵਾਲਿਆਂ ਦੇ ਹੈਗੀ ਆ ਇੱਥੇ ਸਟੀਲ ਕੰਪਨੀ ਹੈ ਇਹਨਾਂ ਦੀ, ਫਰਨੀਚਰ ਹਾਊਸ ਦੀ, ਲਵਲੀ ਵਾਲਿਆਂ ਦੀ ਬੈਕ ਸਾਈਡ ਤੇ ਆ ਬਿਲਕੁਲ। ਉੱਥੇ ਸ਼ਾਮ ਨੂੰ ਅੱਜ ਅਚਨਚੇਤ ਅੱਗ ਲੱਗ ਗਈ। ਉਹਦੇ ਬਾਰੇ ਕਾਰਨਾਂ ਬਾਰੇ ਤਾਂ ਅੱਜ ਪਤਾ ਨਹੀਂ ਲੱਗ ਸਕਿਆ ਵੀ ਕਿਵੇਂ ਲੱਗੀ ਹੈ, ਤੇ ਉੱਥੇ ਫਾਇਰ ਬ੍ਰਿਗੇਡ ਵਗੈਰਾ ਵੀ ਮੌਕੇ ਤੇ ਆ ਗਈ ਹੈ। ਅਸੀਂ ਵੀ ਸਾਰੀ ਪੁਲਿਸ ਪਾਰਟੀ ਵੀ ਆ ਗਏ ਹੈ। ਤੇ ਉਹ ਜਿਹੜਾ ਇਹਨਾਂ ਦਾ ਸ਼ੋਰੂਮ ਹੈ, ਉੱਥੇ ਲਾਗੇ ਇਹਨਾਂ ਨੇ ਵਰਕਸ਼ਾਪ ਬਣਾਈ ਹੈ। ਸ਼ੋਰੂਮ ਜਿਹੜਾ ਇਹਨਾਂ ਦਾ ਬਿਲਕੁਲ ਠੀਕ ਠਾਕ ਹੈ। ਜਿਹੜਾ ਵਰਕਸ਼ਾਪ ਹੈ ਉਹਦੇ 'ਚ ਅੱਗ ਲੱਗ ਗਈ। ਇਹਨਾਂ ਦੇ ਕਾਫੀ ਅੱਗ ਅਜੇ ਵੀ ਅੰਡਰ ਕੰਟਰੋਲ ਹੈ ਵੈਸੇ ਫਾਇਰ ਬ੍ਰਿਗੇਡ ਦੇ, ਤੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਲੇਕਿਨ ਇਹਨਾਂ ਦੀ ਫਾਰਚੂਨਰ ਅੰਦਰ ਗੱਡੀ ਖੜੀ ਸੀ ਕਾਰ, ਉਹ ਜਿਹੜੀ ਆ ਉਹ ਸੜ ਗਈ ਹੈ। ਸਰ ਇੱਕ ਬਲਾਸਟ ਵੀ ਇੱਥੇ ਵਿੱਚ ਹੋਇਆ ਹੈਗਾ ਆ, ਤੇ ਕਿਹਾ ਜਾ ਰਿਹਾ ਜਿਹੜੀ ਇਹ ਫੈਕਟਰੀ ਹੈਗੀ ਆ ਇਹ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਜਦ ਕਿ ਹੋ ਨਹੀਂ ਸਕਦੀ ਇੱਥੇ। ਇਹ ਫੈਕਟਰੀ ਨਹੀਂ ਹੈ ਜੀ, ਇਹ ਫਰਨੀਚਰ ਹਾਊਸ ਜਿਹੜਾ ਨਾ ਇਹ ਬਣਾਉਂਦੇ ਆ ਇੱਥੇ। ਫੈਕਟਰੀ ਨਹੀਂ ਹੈ, ਫਰਨੀਚਰ ਤਿਆਰ ਕਰਦੇ ਆ ਇੱਥੇ। ਤੇ ਬਲਾਸਟ ਕਾਹਦਾ ਹੋਇਆ ਸੀ? ਉਹ ਪਤਾ ਲੱਗਾ ਕਿ ਪਤਾ ਲੱਗ ਰਿਹਾ ਵੀ ਸ਼ਾਇਦ ਕਿਸੇ ਗੈਸ ਸਿਲੰਡਰ ਜਾਂ ਫਟ ਗਿਆ ਵਾ, ਜਾਂ ਕਿਸੇ ਗੱਡੀ ਦਾ ਕੋਈ ਬੈਟਰੀ ਬੂਟਰੀ ਨੂੰ ਅੱਗ ਲੱਗ ਗਈ ਹੈ ਜਾਂ ਫਟ ਗਈ। ਇਹਦੇ ਬਾਰੇ ਜੇ ਕਲੀਅਰ ਨਹੀਂ ਪਤਾ ਲੱਗਾ। ਇਹ ਸ਼ਾਸਤਰੀ ਨਗਰ ਆ, ਮਖਦੂਮਪੁਰ ਮਹੱਲੇ ਦੇ ਅੰਦਰ ਮੌਕੇ ਤੇ ਆ ਕੇ ਉੱਥੇ ਮੈਨੂੰ ਪਤਾ ਲੱਗਿਆ ਵੀ ਉਹਦੇ ਅੰਦਰ ਕੋਈ ਸਿਲੰਡਰ ਪਏ ਸੀਗੇ ਗੈਸ ਵਾਲੇ, ਔਰ ਇੱਕ ਕਾਰ ਖੜੀ ਸੀਗੀ। ਉਹ ਸਿਲੰਡਰ ਨੂੰ ਅੱਗ ਲੱਗੀ ਹੈ, ਕੋਈ ਸ਼ੋਰਟ ਸਰਕਟ ਹੋਇਆ। ਇਹ ਤਾਂ ਸਵੇਰੇ ਪਤਾ ਲੱਗੂਗਾ ਕਿ ਜਾਂ ਕਿਸ ਤਰ੍ਹਾਂ ਅੱਗ ਲੱਗੀ। ਇਹ ਸ਼ੌਪ ਕਾਹਦੀ ਸੀਗੀ ਜਿੱਥੇ ਅੱਗ ਲੱਗੀ ਹੈ? ਹਾਂਜੀ, ਸ਼ੌਪ ਕਾਹਦੀ ਸੀ ਜਿੱਥੇ ਅੱਗ ਲੱਗੀ? ਸ਼ੌਪ ਨਹੀਂ ਸੀ, ਕੋਈ ਗਡਾਊਨ ਟਾਈਪ ਬਣਿਆ ਹੋਇਆ ਸੀਗਾ। ਸਰ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਗਡਾਊਨ ਸੀਗਾ ਬਣਿਆ ਹੋਇਆ? ਹਾਂਜੀ, ਰੈਜ਼ੀਡੈਂਸ਼ੀਅਲ ਏਰੀਆ ਵਿੱਚ ਗਡਾਊਨ ਬਣਿਆ ਹੋਇਆ ਸੀ। ਹਾਂ, ਗਡਾਊਨ ਸੀਗਾ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ। ਹਾਂਜੀ, ਉਹਦੇ ਅੰਦਰ ਕੋਈ ਸਮਾਨ ਪਿਆ ਸਿਲੰਡਰ ਸਿਲੰਡਰ, ਉਹਦੇ ਕਰਕੇ ਸ਼ਾਇਦ ਅੱਗ ਜਿਹੜੀ ਹੈ। ਸਰ ਕਾਰਪੂਰ ਦਾ ਵਿਸਫੋਟ ਵੀ ਹੋਇਆ ਅੰਦਰ, ਕਹਿੰਦੇ ਵਿਸਫੋਟ ਵਗੈਰਾ ਵੀ ਹੋਇਆ ਕੋਈ ਬਲਾਸਟ ਪਹਿਲਾਂ ਕਹਿੰਦੇ ਕੋਈ ਇੱਕ ਅੱਧਾ ਸਿਲੰਡਰ ਫਟਿਆ, ਉਹਦੇ ਬਾਅਦ ਮੇਨ ਦਾ ਵੈਰੀਫਾਈ ਸਵੇਰੇ ਹੀ ਹੋ ਗਿਆ। ਫਿਰ ਇੱਕ ਮੌਕੇ ਤੇ ਅੱਗ ਬੁਝਾਉਣ ਲਈ ਲਵਲੀ ਵੱਲੋਂ ਮਨਾ ਕਰ ਦਿੱਤਾ ਗਿਆ ਪਾਣੀ ਦੇਣ ਨੂੰ, ਉਹਨਾਂ ਤੇ ਵੀ ਕੋਈ ਲੀਗਲ ਐਕਸ਼ਨ ਲਿੱਤਾ ਜਾਏਗਾ। ਇਹਦੇ ਸਾਹਮਣੇ ਕੋਈ ਇੱਦਾਂ ਦੀ ਗੱਲ ਨਹੀਂ ਹੋਈ। ਹਾਂਜੀ, ਸਾਡੀਆਂ ਫਾਇਰ ਬ੍ਰਿਗੇਡਾਂ ਨੇ ਪੂਰਾ ਜ਼ੋਰ ਲਾਇਆ, 3-4 ਗੱਡੀਆਂ ਤੋਂ ਹੋ ਕੇ ਖੜੀਆਂ ਸੀ ਮੌਕੇ ਤੋਂ, ਉਹਨੇ ਅੱਗ ਬੁਝਾਈ ਹੈ। ਉੱਥੇ ਇਹ ਗੱਲ ਕਰ ਰਹੇ ਸੀ ਕਿ ਨਾਲ ਦੀ ਬਿਲਡਿੰਗ ਵਾਲੇ ਨੇ ਸਾਨੂੰ ਪਾਣੀ ਦੇਣ ਤੋਂ ਨਾ ਕੀਤੀ, ਉਹ ਸਵੇਰੇ ਅਸੀਂ ਵੈਰੀਫਾਈ ਕਰਾਂਗੇ। ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹਾਲਾਂਕਿ ਪਿਛਲੇ ਕੁਝ ਦਿਨ ਪਹਿਲਾਂ ਗੁਰੂ ਨਾਨਕ ਹਸਪਤਾਲ ਦੇ ਨਰਸ ਸਟਾਫ ਵੱਲੋਂ ਸਰਕਾਰ ਦੇ ਖਿਲਾਫ ਰੋਸ ਵੀ ਵਿਅਕਤ ਕੀਤਾ ਗਿਆ ਸੀ। ਉਹਨਾਂ ਦਾ ਇਲਜ਼ਾਮ ਸੀ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਉਹਨਾਂ ਦੀ ਕੋਈ ਸੇਫਟੀ ਕਿੱਟ ਨਹੀਂ ਹੈ, ਜਿਸ ਦੇ ਲਈ ਉਹਨਾਂ ਨੇ ਪੀਪੀਈ ਕਿੱਟਾਂ ਦੀ ਮੰਗ ਕੀਤੀ ਸੀ। ਜਿਸ ਦੇ ਬਾਅਦ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਅਤੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਨਵਜੋਤ ਸਿੰਘ ਸਿੱਧੂ ਅਤੇ ਸਰਕਾਰ ਵੱਲੋਂ ਕਾਫੀ ਹੱਦ ਤੱਕ ਮਾਸਕ, ਸੈਨੀਟਾਈਜ਼ਰ, ਦਸਤਾਨੇ ਅਤੇ ਪੀਪੀਈ ਕਿੱਟਾਂ ਵੀ ਸਟਾਫ ਨੂੰ ਉਪਲਬਧ ਕਰਵਾਈਆਂ ਗਈਆਂ ਸੀ। ਜਿਸ ਦੇ ਬਾਅਦ ਹੁਣ ਜਸਟ ਸੇਵਾ ਸੁਸਾਇਟੀ ਵੱਲੋਂ ਘਰ ਉੱਤੇ ਹੀ ਮਾਸਕ ਤਿਆਰ ਕੀਤੇ ਜਾ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਸਕ ਧੋ ਕੇ ਦੁਬਾਰਾ ਵੀ ਪਹਿਨੇ ਜਾ ਸਕਦੇ ਹਨ। ਅਤੇ ਉਸ ਦੇ ਨਾਲ ਹੀ ਉਹਨਾਂ ਨੇ ਪਲਾਸਟਿਕ ਦਾ ਫੇਸ ਕਵਰ ਵੀ ਬਣਾਇਆ ਹੈ, ਜੋ ਕਿ ਇੱਕਦਮ ਤੋਂ ਪੀਪੀਈ ਕਿੱਟਾਂ ਵਰਗਾ ਹੀ ਕੰਮ ਕਰੇਗਾ। ਜਿਹੜੇ ਅਸੀਂ ਪਹਿਲੇ ਤੇ ਮਾਸਕ ਬਣਾਏ, ਜਿਹੜੇ ਰੀਯੂਜ਼ੇਬਲ ਮਾਸਕ ਨੇ, ਧੋ ਕੇ ਹਰ ਬੰਦਾ ਪਾ ਸਕਦਾ, ਨਾ ਉਹਦੇ 'ਚ ਸਾਹ ਘੁੱਟਦਾ ਨਾ ਕੁਝ, ਔਰ ਉਹਨਾਂ ਨੂੰ ਜਲਦੀ ਅਸੀਂ ਈਜ਼ੀਲੀ ਸੈਨੀਟਾਈਜ਼ ਕਰ ਸਕਦੇ ਹਾਂ। ਪਰ ਉਸ ਤੋਂ ਬਾਅਦ ਭਾਜੀ ਇੱਕ ਰਿਕੁਆਇਰਮੈਂਟ ਆਈ ਮੈਡੀਕਲ ਟਰਮਸ ਦੇ ਵਿੱਚੋਂ ਫੇਸ ਸ਼ੀਲਡ ਦੀ। ਅਸੀਂ ਹੁਣ ਉਹ ਫੇਸ ਸ਼ੀਲਡ ਬਣਾਉਣੀ ਸ਼ੁਰੂ ਕੀਤੀ ਹੈ, 200-250 ਵੰਡ ਚੁੱਕੇ ਹਾਂ। ਤਕਰੀਬਨ 1000 ਦੀ ਹੋਰ ਡਿਮਾਂਡ ਮੈਡੀਕਲ ਟਰਮਸ ਤੋਂ ਡਿਫਰੈਂਟ ਹਸਪੀਟਲਸ 'ਚੋਂ ਆ ਗਈ ਹੈ, ਜਿਹਦੇ ਉੱਤੇ ਸਾਰੀਆਂ ਸਾਡੀਆਂ ਭੈਣਾਂ ਨੇ ਕੰਮ ਕਰ ਰਹੀਆਂ ਨੇ। ਇਹ ਕਿਸ ਤਰ੍ਹਾਂ ਦੀ ਸ਼ੀਲਡ ਹੈ ਤੇ ਕਿੰਨੀ ਕੁ ਕੋਸਟਲੀ ਹੈਗੀ ਜਾਂ ਕਿਸ ਤਰ੍ਹਾਂ ਇਹ ਬਣਦੀ ਹੈ ਤੇ ਕਿੰਨਾ ਟਾਈਮ ਲੱਗਦਾ ਹੈ? ਇੱਕ ਭਾਜੀ ਪੋਲੀਸਟਰ ਮਟੀਰੀਅਲ ਆਉਂਦਾ ਜੀ 100 ਮਾਈਕਰੋਨ ਦਾ, ਉਹਦੀ ਸ਼ੀਟ ਅਸੀਂ ਜਿਹੜੀ ਇਹ ਬਣਾਈ ਹੈ। ਅੱਜ ਕੱਲ੍ਹ ਕਿਤੋਂ ਮਿਲ ਵੀ ਨਹੀਂ ਰਿਹਾ, ਬੜੀ ਮੁਸ਼ਕਿਲ ਪ੍ਰੋਕਿਓਰ ਕੀਤਾ, ਔਰ ਉਹਦੇ ਉੱਤੇ ਜਿਹੜਾ ਵਾ ਇੱਕ ਧਾਗਾ ਲੱਗਦਾ, ਇੱਕ ਤਣੀ ਲੱਗਦੀ ਹੈ, ਔਰ ਤਣੀ ਨੂੰ ਅਸੀਂ ਬੰਨ੍ਹ ਲੈਂਦੇ ਹਾਂ। ਉਹ ਸ਼ੀਟ ਨਾਲ ਸਾਰਾ ਫੇਸ ਕਵਰ ਹੋ ਜਾਂਦਾ। ਮੈਂ 2 ਮਿੰਟ ਤੁਹਾਨੂੰ ਵਿਖਾਉਣਾ ਵੀ ਹਾਂ, ਔਰ ਉਹਦੇ ਨਾਲ ਜਿਹੜਾ ਵਾ ਸਾਰਾ ਕੰਮ ਕਲੀਅਰ ਹੋਇਆ ਤੇ ਅਸੀਂ ਉਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਤੇ ਹੁਣ ਤੱਕ ਸਰ ਕਿੱਥੇ ਕਿਹਨੂੰ ਵੰਡ ਆਇਆ ਜੀ, ਕਿੰਨਾ ਕਿੰਨਾ ਲੋੜ ਹੈ ਜੀ ਇਹ ਸ਼ੀਟ? ਅਸੀਂ ਭਾਜੀ ਕੱਲ੍ਹ ਗੁਰੂ ਨਾਨਕ ਹਸਪੀਟਲ ਦੇ ਵਿੱਚ ਜਿਹੜੀਆਂ ਤਕਰੀਬਨ 125 ਦੀਆਂ ਫੇਸ ਸ਼ੀਲਡ ਦੇ ਕੇ ਆਏ ਹਾਂ, ਜਿਹਦਾ ਨਰਸਿੰਗ ਤੇ ਰੈਜ਼ੀਡੈਂਟ ਡਾਕਟਰਸ ਜਿਹੜੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਸੀ, ਬਿਕੋਜ਼ ਜਿਹੜੀਆਂ ਪੀਪੀਈ ਕਿਟਸ ਨੇ ਉਹਨਾਂ ਦੀ ਅਵੇਲੇਬਿਲਿਟੀ ਬੜੀ ਘੱਟ ਹੈ, ਤੇ ਜਿਹੜੀ ਪੀਪੀਈ ਕਿਟ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਇਹ ਸ਼ੀਲਡ ਕਰਦੀ ਹੈ ਜੀ। ਇਹ ਤੁਹਾਨੂੰ ਵਿਖਾਉਂਦੇ ਹਾਂ, ਇਹ ਇਸ ਤਰ੍ਹਾਂ ਕਰਕੇ ਇਹ ਸ਼ੀਲਡ ਲੱਗਣੀ ਹੈ, ਇਹਦੇ ਥੱਲੇ ਮਾਸਕ ਹੋ ਜਾਏਗਾ ਤੇ ਇਹਦੇ ਉੱਤੇ ਕੋਈ ਡ੍ਰੌਪਲੇਟ ਨਹੀਂ ਪੈਣਾ। ਔਰ ਇਹਦਾ ਪੀਪੀ ਸ਼ੀਟ ਦਾ ਵੀ ਮੇਨ ਮਕਸਦ ਇਹੀ ਹੈ ਕਿ ਤੁਹਾਡੇ ਨਾਲ ਜਿਹੜਾ ਪੇਸ਼ੈਂਟ ਹੈ ਉਹਦੀ ਕੋਈ ਖੰਘ, ਉਹਦੀ ਕੋਈ ਥੁੱਕ, ਉਹਦਾ ਕੋਈ ਨੱਕ ਜਾਂ ਉਹਦੇ ਕੋਈ ਛਿੱਕ ਮਾਰਦਾ ਉਹ ਡ੍ਰੌਪਲੇਟ ਨਾ ਆਉਣ। ਇਹ ਸ਼ੀਟ ਹੈ ਜਿਹੜੀ ਉਹ ਡ੍ਰੌਪਲੇਟਸ ਨੂੰ ਬਚਾਏਗੀ ਜੀ। ਤੇ ਇਹਦਾ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਸਰਕਾਰ ਵੱਲੋਂ ਕਿਸੇ ਤੇ ਕੋਈ ਮਦਦ, ਕੋਈ ਮਾਲੀ ਸਹਾਇਤਾ ਮਿਲਦੀ ਵੀ ਇਸ ਸੰਬੰਧ ਵਿੱਚ?
ਜੀ ਅੱਜ ਤੱਕ ਕਿਸੇ NGO ਨੂੰ ਇਹੋ ਜਿਹੇ ਕੰਮ ਦੀ ਕਦੀ ਸਰਾਹਨਾ ਨਹੀਂ ਮਿਲੀ ਜੀ, ਸਿਰਫ ਲੋਕਾਂ ਦੀਆਂ ਦੁਆਵਾਂ ਮਿਲਦੀਆਂ, ਉਹਦੇ ਸਦਕੇ ਅਸੀਂ ਕੰਮ ਕਰ ਰਹੇ ਹਾਂ, ਸਾਨੂੰ ਕੋਈ ਕਿਸੇ ਦੀ ਹੈਲਪ ਨਹੀਂ ਹੈਗੀ ਜੀ। ਤੇ ਕਿਸ ਤਰ੍ਹਾਂ ਪੰਜਾਬ ਜਿਹੜਾ ਹੈ ਤੁਹਾਡਾ ਪਹਿਲਾ ਉਪਰਾਲਾ ਸ਼ੀਟ ਬਣਾਉਂਦਾ ਕਿ ਅੱਗੇ ਕਿਸੇ ਨੂੰ? ਬਿਲਕੁਲ ਜੀ, ਤੁਸੀਂ ਪੰਜਾਬ ਦੇ ਵਿੱਚ ਪਹਿਲਾ ਉਪਰਾਲਾ ਵਾ, ਔਰ ਇਹ ਜਦੋਂ ਤੱਕ ਕਰੋਨਾ ਇੱਥੋਂ ਜਾਂਦਾ ਨਹੀਂ ਸਾਡੀਆਂ ਜਿਹੜੀਆਂ ਭੈਣਾਂ ਨੇ ਇਹ 'ਤੇ ਕੰਮ ਕਰਨਗੀਆਂ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ 5000 ਤੋਂ 10000 ਫੇਸ ਸ਼ੀਲਡ ਬਣਾਉਣੀ ਪੈਣੀ ਹੈ। ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ, ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਸਰ ਅੰਮ੍ਰਿਤਸਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਸਮਾਂ ਔਖਾ ਵਾ, ਪਰ ਇਹ ਇੰਨਾ ਵੀ ਨਹੀਂ ਔਖਾ ਹੈਗਾ ਕਿ ਅਸੀਂ ਜਿਹੜੇ ਕਰ ਰਹੇ ਨੇ ਉਹਨਾਂ ਦੀ ਮਦਦ ਨਾ ਕਰੀਏ। ਸੋ ਜਿਹੜੀਆਂ NGOs ਵਰਕ ਕਰ ਰਹੀਆਂ ਉਹਨਾਂ ਦਾ ਮਦਦ ਕਰੋ, ਔਰ ਦੋ ਜਿਹੜੀਆਂ ਮੇਨ ਚੀਜ਼ਾਂ ਸਾਡੇ ਪਿਲਰਸ ਨੇ ਸਾਡੀ ਸੁਸਾਇਟੀ ਦੇ, ਪੁਲਿਸ ਤੇ ਮੈਡੀਕਲ ਪ੍ਰੋਫੈਸ਼ਨ, ਡਾਕਟਰਸ, ਨਰਸਿਸ ਜਿੰਨਾ ਸਾਰੇ ਆਉਂਦੇ ਆ, ਉਹਨਾਂ ਦੀ ਰਿਸਪੈਕਟ ਕਰੀਏ, ਹੌਸਲਾ ਵਧਾਈਏ। ਇਹ ਕੰਮ ਅਸੀਂ ਆਪਣੇ ਲਈ ਨਹੀਂ ਕਰ ਰਹੇ, ਇੱਕ ਡਾਕਟਰਸ ਜਿਹੜੇ ਕਹਿੰਦੇ ਨੇ ਪੇਸ਼ੈਂਟ ਨੂੰ ਨਹੀਂ ਡੀਲ ਕਰਨਾ, ਉਹਨਾਂ ਦਾ ਹੌਸਲਾ ਵਧਣਾ। ਔਰ ਕੱਲ੍ਹ ਜੋ ਗੁਰੂ ਨਾਨਕ ਹਸਪੀਟਲ ਦੇ ਰੈਜ਼ੀਡੈਂਟ ਡਾਕਟਰਸ ਦੇ ਫੇਸ ਤੇ ਖੁਸ਼ੀ ਸੀ ਇਹਨੂੰ ਵੇਖ ਕੇ, ਉਹਨੇ ਸਾਡੀ ਸਾਰੀ ਮਿਹਨਤ ਸਫਲ ਕਰ ਦਿੱਤੀ ਜੀ। ਸਾਡੀ ਮਦਦ ਕੀਤੀ ਜਾਵੇ, ਸਾਨੂੰ ਲੋੜ ਆ ਤੁਹਾਡੀ, ਔਰ ਇਹ ਕੱਪੜਾ, ਇਹ ਸ਼ੀਲਡਾਂ 'ਚ ਪੈਸਾ ਲੱਗਦਾ, ਉਹਦੇ ਲਈ ਤੁਸੀਂ ਵੱਧ ਤੋਂ ਵੱਧ ਸਾਡੀ ਮਦਦ ਕਰੋ। ਜਾਂਦੇ ਜਾਂਦੇ ਇੱਕ ਵਾਰੀ ਫੇਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸਿਵਲ ਹਸਪਤਾਲ ਪਹੁੰਚੇ ਗੁਰਜੀਤ ਸਿੰਘ ਔਜਲਾ, ਐਂਬੂਲੈਂਸ ਦੀ ਵਰਤੋਂ ਨਾ ਕਰਨ ਤੇ ਭੜਕੇ ਡਾਕਟਰਾਂ ਦੇ। ਲੁਧਿਆਣਾ 'ਚ ਨਹੀਂ ਆਇਆ ਕੋਈ ਨਵਾਂ ਕਰੋਨਾ ਕੇਸ, DC ਨੇ ਕਿਹਾ ਖੰਨਾ ਮੰਡੀ 'ਚ 15 ਕਿਸਾਨਾਂ ਨੂੰ ਹੋਇਆ ਕਰਫਿਊ ਪਾਸ ਜਾਰੀ। ਕੋਰੋਨਾ ਵਾਇਰਸ ਦੇ ਚੱਲਦੇ 41 ਪਾਕਿਸਤਾਨੀ ਪਰਤੇ ਵਤਨ, ਲਾਕਡਾਊਨ ਦੀ ਵਜ੍ਹਾ ਤੋਂ ਭਾਰਤ 'ਚ ਫਸੇ ਸਨ ਪਾਕਿਸਤਾਨੀ। ਫਿਰੋਜ਼ਪੁਰ ਦੀ ਅਨਾਜ ਮੰਡੀਆਂ 'ਚ ਛਾਇਆ ਸੰਨਾਟਾ, ਕਰਫਿਊ ਪਾਸ ਨਾ ਹੋਣ ਕਾਰਨ ਕਿਸਾਨ ਤੇ ਆੜਤੀ ਹੋ ਰਹੇ ਹਨ ਪਰੇਸ਼ਾਨ। ਅੱਜ ਦੇ ਬੁਲੇਟਿਨ ਦੇ ਵਿੱਚ ਨਹੀਂ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।